ਨੈਕਸਟ ਟੌਪਿਕ ਹੈਗਾ ਆਪਣੇ ਕੋਲ ਗ੍ਰਾਸ ਰੂਟ ਇੰਟਰਪ੍ਰੈਨਿਓਰਸ਼ਿਪ ਥਰੂ ਸੈਲਫ ਹੈਲਪ ਗਰੁੱਪਸ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗ੍ਰਾਸ ਰੂਟ ਇੰਟਰਪ੍ਰੈਨਿਓਰ ਕੀ ਹੁੰਦੇ ਨੇ। ਗ੍ਰਾਸ ਰੂਟ ਇੰਟਰਪ੍ਰੈਨਿਓਰ ਉਹ ਪਰਸਨਸ ਹੁੰਦੇ ਨੇ ਜਿਹੜੇ ਕਹਿੰਦਾ ਆਪਣੇ ਇਨੋਵੇਟਿਵ ਆਈਡੀਆ ਨਾਲ ਕਮਿਊਨਿਟੀ ਦੀ ਪ੍ਰੋਬਲਮ ਨੂੰ ਸੋਲਵ ਕਰਦੇ ਨੇ। ਮੀਨਸ ਕਿਸੇ ਇੱਕ ਏਰੀਆ ਦੇ ਵਿੱਚ ਇਦਾਂ ਦੇ ਪਰਸਨ ਨਿਕਲ ਕੇ ਆ ਜਾਂਦੇ ਨੇ ਵੀ ਉਹਨਾਂ ਨੂੰ ਲੱਗਦਾ ਵੀ ਸਾਡੇ ਏਰੀਆ 'ਚ ਕੋਈ ਪ੍ਰੋਬਲਮ ਚੱਲ ਰਹੀ ਹੈਗੀਆਂ, ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ। ਮੀਨਸ ਉਹਨਾਂ ਇਹ ਨਹੀਂ ਹੁੰਦਾ ਵੀ ਸਿੰਗਲ ਉਹ ਜਦੋਂ ਸਟਾਰਟ ਕਰਦੇ ਨੇ ਹੌਲੀ ਹੌਲੀ ਉਹਨਾਂ ਨਾਲ ਪਰਸਨ ਜੁੜਦੇ ਚਲੇ ਜਾਂਦੇ ਹੈਗੇ ਨੇ। ਜਿਵੇਂ ਐਗਜ਼ਾਮਪਲ ਕਹੀਏ ਵੀ ਕੋਈ ਸੰਸਥਾ ਵਗੈਰਾ ਚੱਲ ਗਈ ਜਾਂ ਕੁਝ ਇਦਾਂ ਦੇ ਪਰਸਨ ਇਕੱਠੇ ਹੋ ਕੇ ਕੋਈ ਕੰਮ ਕਰਨ ਲੱਗ ਗਏ, ਉਹਨਾਂ ਕੋਲ ਫਾਈਨਾਂਸ ਅਵੇਲੇਬਿਲਿਟੀ ਵੀ ਹੁੰਦੀ ਚਲੀ ਜਾਂਦੀ ਹੈਗੀ। ਜਿੱਥੇ ਕਿਸੇ ਨੂੰ ਲੋੜ ਹੈਗੀ ਬਿਜ਼ਨਸ ਐਂਟਰਪ੍ਰੈਨਿਓਰਸ਼ਿਪ ਵਾਲੇ ਨੂੰ ਜਾਂ ਫਿਰ ਵੂਮਨ ਇੰਪਾਵਰਮੈਂਟ ਕਰਨੀ ਹੈਗੀ ਜਾਂ ਵੂਮਨਸ ਨੂੰ ਕੋਈ ਸਪੋਰਟ ਕਰਨੀ ਹੈਗੀ ਬਿਜ਼ਨਸ ਕਰਨ ਲਈ, ਉੱਦਾਂ ਦੇ ਪਰਸਨ ਹੁੰਦੇ ਨੇ ਗ੍ਰਾਸ ਰੂਟ ਇੰਟਰਪ੍ਰੈਨਿਓਰ। ਦੇਖੋ ਤੁਹਾਡੇ ਕੋਲ ਲਿਖਿਆ ਵੀ ਹੈਗਾ ਇਹਨਾਂ ਨੇ, ਏ ਪਰਸਨ ਹੂ ਪਰਸਿਊ ਐਨ ਇਨੋਵੇਟਿਵ ਆਈਡੀਆ ਵਿਦ ਦੀ ਪੋਟੈਂਸ਼ੀਅਲ ਟੂ ਸੋਲਵ ਏ ਕਮਿਊਨਿਟੀ ਪ੍ਰੋਬਲਮ। These individuals are willing to take the risk effort to create positive changes in the society through the initiatives। ਇਦਾਂ ਦੇ ਪਰਸਨ ਕੀ ਹੁੰਦੇ ਨੇ ਆਪਣੇ ਕੰਮਾਂ ਦੇ ਨਾਲ ਕੀ ਹੈ ਪ੍ਰੋਬਲਮਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ। ਐਗਜ਼ਾਮਪਲ ਲਿਖਿਆ ਵੀ ਹੈਗਾ ਕਲਾ ਮੰਦਿਰ organization initiative with the tribunal in Jharkhand support nature disaster in finer arctic sense among the individual community organization and social group serve a bridge between producer and consumers। ਕਲਾ ਮੰਦਰ ਇੱਕ ਕਹਿੰਦੇ ਕਿੱਦਾਂ ਦੀ ਆਰਗੇਨਾਈਜੇਸ਼ਨ ਹੈਗੀ ਹੈ ਜਿਹਦੇ ਵਿੱਚ ਕਹਿੰਦਾ ਪਰਸਨਸ ਨੇ ਮਿਲ ਕੇ ਕਹਿੰਦਾ ਕੰਜ਼ਿਊਮਰ ਔਰ ਪ੍ਰੋਡਿਊਸਰ ਦੇ ਵਿੱਚ ਜੋ ਬ੍ਰਿਜ ਇਕੱਠਾ ਕੀਤਾ। ਮੀਨਸ ਖੁਦ ਹੀ ਉਹ ਸਮਾਨ ਲੈ ਕੇ ਆਉਂਦੇ ਨੇ ਅੱਗੇ ਕਮਿਊਨਿਟੀ ਦੇ ਵਿੱਚ ਲੈ ਕੇ ਜਾਂਦੇ ਹੈਗੇ ਨੇ। ਜਿੱਥੇ ਜੋ ਪਰਸਨ ਨੂੰ ਪ੍ਰੋਬਲਮਸ ਆ ਰਹੀਆਂ ਜਿਵੇਂ ਫਾਈਨਾਂਸ ਦੀ ਲੋੜ ਹੈ ਫਾਈਨਾਂਸ ਹੀ ਪ੍ਰੋਵਾਈਡ ਕਰਨਗੇ, ਕਿਤੇ ਸੇਵਿੰਗ ਲੈਵਲ ਇਨਕਰੀਜ਼ ਕਰਾਉਣਾ ਸੇਵਿੰਗ ਲੈਵਲ ਇਨਕਰੀਜ਼ ਕਰਨਗੇ। ਇਦਾਂ ਦੇ ਪਰਸਨ ਹੁੰਦੇ ਨੇ ਗ੍ਰਾਸ ਰੂਟ ਇੰਟਰਪ੍ਰੈਨਿਓਰ। ਇਹਨਾਂ ਦੀ ਐਗਜ਼ਾਮਪਲ ਇਹਨਾਂ ਨੇ ਸਿੰਪਲ ਕਲਾ ਮੰਦਰ ਲਈ ਹੈ ਝਾਰਖੰਡ ਦੇ ਵਿੱਚ। ਜਿਹੜੇ ਗ੍ਰਾਸ ਰੂਟ ਇੰਟਰਪ੍ਰੈਨਿਓਰ ਹੁੰਦੇ ਨੇ ਪਰਸਨਸ ਇਹ ਹਮੇਸ਼ਾ ਐਂਬੀਸ਼ੀਅਸ ਹੁੰਦੇ ਨੇ। ਇਹਨਾਂ ਦੇ ਕੁਝ ਪੁਆਇੰਟ ਲਿਖੇ ਨੇ ਗ੍ਰਾਸ ਰੂਟ ਪਰਸਨਸ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਲਿਖਿਆ ਇਹਨਾਂ ਨੇ ਐਂਬੀਸ਼ੀਅਸ ਦਾ ਮਤਲਬ ਕੀ ਹੁੰਦਾ ਹਮੇਸ਼ਾ ਮੇਜਰ ਸੋਸ਼ਲ ਇਸ਼ੂ ਨੂੰ ਫਰੋਮ ਇਨਕਰੀਜ਼ਿੰਗ ਦੀ ਕਾਲਜ ਇਨਰੋਲਮੈਂਟ। ਜਿੱਥੇ ਬਹੁਤ ਜ਼ਿਆਦਾ ਬੜੇ ਇਸ਼ੂ ਹੁੰਦੇ ਨੇ ਉਹਨਾਂ ਨੂੰ ਹੀ ਟੈਕਲ ਕਰਦੇ ਹੈਗੇ ਨੇ, ਕਿਉਂਕਿ ਇਹਨਾਂ ਕੋਲ ਬਹੁਤ ਹੀ ਜ਼ਿਆਦਾ ਇੱਕ ਲੈਵਲ ਹੁੰਦਾ। ਮੀਨਸ ਆਪਣੀ ਸੋਚ ਇਹਨਾਂ ਦੀ ਇੰਨੀ ਕਦੀ ਹੁੰਦੀ ਹੈ, ਇਹ ਕਿਤੇ ਡਰ ਵਗੈਰਾ ਨਹੀਂ ਹੁੰਦਾ ਇਹਨਾਂ ਦੇ ਮਨ ਦੇ ਵਿੱਚ। ਇਹਨਾਂ ਨੂੰ ਹੁੰਦਾ ਵੀ ਅਸੀਂ ਜੋ ਪ੍ਰੋਬਲਮਸ ਸਾਡੀ ਕਮਿਊਨਿਟੀ ਦੇ ਵਿੱਚ ਆ ਰਹੀ ਹੈਗੀਆਂ ਅਸੀਂ ਉਹਨੂੰ ਸੋਲਵ ਕਰਨਾ ਹੀ ਕਰਨਾ। ਦੂਸਰਾ ਲਿਖਿਆ ਮਿਸ਼ਨ ਡਰੀਵਰ। ਇਹ ਹਮੇਸ਼ਾ ਕਹਿੰਦਾ ਮਿਸ਼ਨ ਡਰਿਵਨ ਨਾਲ ਚੱਲਦੇ ਨੇ, ਹਮੇਸ਼ਾ ਸਿਰਫ ਲੋਕਾਂ ਦੀ ਭਲਾਈ ਦਾ ਕੰਮ ਦੀ ਕੋਸ਼ਿਸ਼ ਕਰਦੇ ਹੈਗੇ ਨੇ। ਇਹ ਨਹੀਂ ਸੋਚਦੇ ਵੀ ਸਾਨੂੰ ਪੈਸਾ ਕਿੱਥੋਂ ਵੈਲਥ। ਜਿਵੇਂ ਲਿਖਿਆ ਹੈਗਾ ਸੋਸ਼ਲ ਵੈਲਿਊ ਨੋਟ ਵੈਲਥ। ਹਮੇਸ਼ਾ ਸੋਸ਼ਲ ਵੈਲਿਊ ਨੂੰ ਇੰਪੋਰਟੈਂਸ ਦਿੰਦੇ ਨੇ, ਵੈਲਥ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ। ਉਸ ਤੋਂ ਬਾਅਦ ਸਟ੍ਰੈਟਜਿਕ। ਗ੍ਰਾਸ ਰੂਟ ਐਂਟਰਪ੍ਰੈਨਿਓਰ ਹਮੇਸ਼ਾ ਕੋਈ ਸਟ੍ਰੈਟਜੀ ਦੇ ਨਾਲ ਹੀ ਕੰਮ ਕਰਦੇ ਨੇ। ਮੀਨਸ ਇਹਨਾਂ ਨੇ ਆਪਣਾ ਪਹਿਲਾਂ ਤੋਂ ਹੀ ਪਲਾਨ ਵਗੈਰਾ ਰੈਡੀ ਕੀਤਾ ਹੁੰਦਾ, ਕੁਝ ਨਾ ਕੁਝ ਰੂਲਸ ਇਦਾਂ ਦੇ ਬਣਾ ਕੇ ਰੱਖੇ ਹੁੰਦੇ ਨੇ ਜਿਹੜੇ ਸਾਨੂੰ ਜਿੱਥੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਓਪਰਚੁਨਿਟੀਜ਼ ਹੈਗੀਆਂ ਨੇ ਕੋਈ ਚੀਜ਼ ਇੰਪਰੂਵ ਕਰ ਸਕਦੇ ਹਾਂ ਉਸ ਚੀਜ਼ ਦੇ ਉੱਪਰ ਆਪਣਾ ਮੀਨਸ ਪੈਸਾ ਫਾਈਨਾਂਸ ਲਗਾਉਣਾ ਜਾਂ ਕੁਝ ਲਗਾਉਣਾ ਉਹ ਲਗਾ ਕੇ ਆਪਣਾ ਕੰਮ ਸਟਾਰਟ ਕਰਵਾ ਦਿੰਦੇ ਨੇ। ਫਿਰ ਹੈਗਾ ਰਿਸੋਰਸਫੁਲ। ਜਿਹੜੇ ਗ੍ਰਾਸ ਰੂਟ ਐਂਟਰਪ੍ਰੈਨਿਓਰ ਹੁੰਦੇ ਨੇ ਹਮੇਸ਼ਾ ਰਿਸੋਰਸਫੁਲ ਹੁੰਦੇ ਨੇ। ਇਹ ਨਹੀਂ ਹੈ ਕਿ ਵੀ ਨਾ ਇਹਨਾਂ ਕੋਲ ਪੈਸਾ ਹੋਊਗਾ ਨਾ ਇਹਨਾਂ ਕੋਲ ਪਰਸਨਸ ਹੋਣਗੇ, ਸਭ ਕੁਝ ਹੀ ਹੁੰਦਾ। ਕਿਉਂਕਿ ਜਦੋਂ ਇਹਨਾਂ ਨੇ ਕੰਮ ਸਟਾਰਟ ਕਰਨਾ ਹੁੰਦਾ ਇੱਕ ਸਟਾਰਟ ਤਾਂ ਇੱਕ ਪਰਸਨ ਹੀ ਕਰਦਾ, ਲੇਕਿਨ ਉਹਨਾਂ ਨਾਲ ਹੌਲੀ ਹੌਲੀ ਪਰਸਨ ਜੋੜਦੇ ਚਲੇ ਜਾਂਦੇ ਹੈਗੇ ਨੇ। ਫਿਰ ਉਹ ਮਾਰਕੀਟ ਦੇ ਵਿੱਚ ਜਿਵੇਂ ਮਰਜ਼ੀ ਆਪਣਾ ਹੋਰ ਲੋਕਾਂ ਦਾ ਕੰਮ ਕਰਨ ਲਈ ਆਲਵੇਸ ਰੈਡੀ ਹੁੰਦੇ ਨੇ। ਰਿਜ਼ਲਟ ਓਰੀਐਂਟਿਡ। ਇਹਨਾਂ ਦੇ ਰਿਜ਼ਲਟ ਜਿਹੜੇ ਹੁੰਦੇ ਨੇ ਹਮੇਸ਼ਾ ਪਹਿਲਾਂ ਤੋਂ ਹੀ ਰਿਟਰਨ ਮੀਨਸ ਪਹਿਲਾਂ ਹੀ ਸੋਚ ਕੇ ਚੱਲੇ ਹੁੰਦੇ ਨੇ ਸਾਡਾ ਇਹ ਰਿਜ਼ਲਟ ਆਊਗਾ ਹੀ ਆਊਗਾ। ਔਰ ਅਸੀਂ ਕਹੀਏ ਤਾਂ ਕਾਫੀ ਹੱਦ ਤੱਕ ਇਹਨਾਂ ਦੇ ਰਿਜ਼ਲਟ ਜੋ ਹੈ ਪਹਿਲਾਂ ਤੋਂ ਹੀ ਪੋਜ਼ਿਟਿਵ ਹੁੰਦੇ ਨੇ। ਜਦੋਂ ਇਹ ਕਿਤੇ ਨਾ ਕਿਤੇ ਕੋਈ ਇਨਵੈਸਟਮੈਂਟ ਕਰਵਾਉਣਗੇ ਜਾਂ ਕੁਝ ਨਾ ਕੁਝ ਕਰਨਗੇ ਜਾਂ ਕੋਈ ਨਵਾਂ ਇਨੋਵੇਟਿਵ ਆਈਡੀਆ ਲੈ ਕੇ ਆਉਣਗੇ ਕਿਸੇ ਪਰਸਨਸ ਲਈ ਤਾਂ ਉਹਦਾ ਰਿਜ਼ਲਟ ਮੋਸਟਲੀ ਹਮੇਸ਼ਾ ਕਹਿ ਸਕਦੇ ਹਾਂ ਵੀ ਰਿਜ਼ਲਟ ਡਰਿਵਨ ਹੀ ਹੁੰਦੇ ਨੇ, ਪਹਿਲਾਂ ਤੋਂ ਹੀ ਸੋਚ ਕੇ ਆਏ ਹੁੰਦੇ ਤਾਂ ਕੰਪਲੀਟ ਹੋ ਜਾਂਦੇ ਨੇ। ਫਿਰ ਆਪਣੇ ਕੋਲ ਹੈਗਾ ਸੈਲਫ ਹੈਲਪ ਗਰੁੱਪਸ। ਸੈਲਫ ਹੈਲਪ ਗਰੁੱਪ ਇੱਕ ਗਰੁੱਪ ਹੁੰਦਾ 12 ਤੋਂ 20 ਵੂਮੈਨਸ ਦਾ ਕਿਸੇ ਇੱਕ ਏਰੀਆ ਦੇ ਵਿੱਚ। 12 ਤੋਂ 20 ਵੂਮੈਨਸ ਹੁੰਦੀਆਂ ਨੇ ਜਿਨ੍ਹਾਂ ਨੇ ਮਿਲ ਕੇ ਗਰੁੱਪ ਬਣਾਇਆ ਹੁੰਦਾ, ਠੀਕ ਹੈ, ਕਮਿਊਨਿਟੀ ਦੇ ਵਿੱਚ ਮਿਲ ਕੇ ਜਾਂ ਬਿਜ਼ਨਸ ਸਟਾਰਟ ਕਰ ਲੈਂਦੀਆਂ ਨੇ। ਸੈਲਫ ਹੈਲਪ ਗਰੁੱਪ ਦੇ ਵਿੱਚ 12 ਤੋਂ 20 ਲੇਡੀਜ਼ ਹੋਣਗੀਆਂ ਜਿਹੜੀਆਂ ਮਿਲ ਕੇ ਗਰੁੱਪ ਬਣਾ ਕੇ ਬਿਜ਼ਨਸ ਸਟਾਰਟ ਕਰਦੀਆਂ। ਜਿਵੇਂ ਅਸੀਂ ਮੰਨੇ ਕਿਸੇ ਏਰੀਆ ਦੇ ਵਿੱਚ ਕੁਝ ਹੋਰ ਲੇਡੀਜ਼ ਨੇ ਮਿਲ ਕੇ ਬਿਜ਼ਨਸ ਸਟਾਰਟ ਕਰ ਲਿਆ ਔਰ ਹੋਰ ਲੋਕਾਂ ਨੂੰ ਵੀ ਨਾਲ ਨਾਲ ਕੰਮ ਦੇਣਾ ਸਟਾਰਟ ਕਰ ਦਿੰਦੇ। ਜਿਵੇਂ ਅਸੀਂ ਕਹਿ ਸਕਦੇ ਜਿਵੇਂ ਘਰਾਂ ਬੈਠ ਕੇ ਆਪਣੇ ਬਿਜ਼ਨਸ ਦਾ ਕਾਫੀ ਟਾਈਮ ਹੁੰਦਾ ਜਾਂ ਕੋਈ ਬੁਟੀਕ ਦਾ ਕੰਮ ਕਰ ਲਿਆ, ਖੁਦ ਦਾ ਕੰਮ ਕਰ ਰਹੇ ਨਾਲ ਹੋਰ ਵੀ ਪਰਸਨ ਜੁੜੇ ਹੋਏ ਨੇ ਉਹਨਾਂ ਨੂੰ ਅੱਗੇ ਕੰਮ ਕਰਵਾਉਂਦੇ ਨੇ। ਇਹ ਵਾਲੇ ਜਿਹੜੇ ਗਰੁੱਪ ਹੁੰਦੇ ਨੇ ਪੂਰਲ ਗਰੁੱਪ ਹੁੰਦੇ ਨੇ। ਵੋਲੰਟਰੀ ਮੀਨਸ ਆਪਣੇ ਆਪ ਅੱਗੇ ਸੋਚ ਕੇ ਵੀ ਅਸੀਂ ਇਹ ਕੰਮ ਕੰਪਲੀਟ ਕਰਨਾ ਉਸ ਲਈ ਹੀ ਉਹ ਕੰਮ ਕਰਦੇ ਹੈਗੇ ਨੇ। ਇਹਦੇ ਵਿੱਚ ਜਿਹੜੇ ਮੈਂਬਰ ਹੋਣਗੇ ਜਿਹੜੇ ਸੈਲਫ ਹੈਲਪ ਗਰੁੱਪ ਹੁੰਦੇ ਨੇ ਇਹ ਕਈ ਵਾਰ ਫਾਰਮਲ ਵੀ ਹੁੰਦੇ ਨੇ ਜਾਂ ਕਈ ਵਾਰ ਇਨਫਾਰਮਲ, ਮਤਲਬ ਰਜਿਸਟਰਡ ਵੀ ਹੁੰਦੇ ਨੇ, ਕਈ ਵਾਰ ਅਨਰਜਿਸਟਰਡ ਵੀ। ਅਸੀਂ ਇਹ ਨਹੀਂ ਕਹਿ ਸਕਦੇ ਵੀ ਰਜਿਸਟਰਡ ਬੇਸ ਤੇ ਕੰਮ ਕਰ ਰਹੇ ਨੇ ਜਾਂ ਅਨਰਜਿਸਟਰਡ ਬੇਸ ਤੇ। ਉਸ ਤੋਂ ਬਾਅਦ ਜਿਹੜੇ ਵੀ ਇਹਨਾਂ ਦਾ ਮੀਨਸ ਕੰਮ ਹੋਊਗਾ ਹਮੇਸ਼ਾ ਸੋਚ ਕੇ ਚੱਲਦੇ ਹਾਂ ਅਸੀਂ ਕ੍ਰੈਡਿਟ ਬੇਸ ਤੇ ਜ਼ਿਆਦਾ ਕੰਮ ਕਰੀਏ, ਮੀਨਸ ਦੂਸਰੇ ਪਰਸਨਸ ਨੂੰ ਵੀ ਆਪਣੇ ਨਾਲ ਲੈ ਕੇ ਚੱਲੀਏ। ਇਹਦੇ ਜਿਹੜੇ ਮੈਂਬਰਸ ਹੋਣਗੇ ਰੈਗੂਲਰਲੀ ਇੱਕ ਕਾਮਨ ਫੰਡ ਦੇ ਵਿੱਚ ਕੰਮ ਕਰਦੇ ਹੈਗੇ ਨੇ। ਹਰੇਕ ਪਰਸਨ ਨੂੰ ਪਤਾ ਹੁੰਦਾ ਵੀ ਇੰਨਾ ਅਸੀਂ ਬਿਜ਼ਨਸ ਪੈਸਾ ਲਗਾ ਕੇ ਕੰਮ ਕਰਨਾ ਔਰ ਸਾਨੂੰ ਇਹਦਾ ਫਾਇਦਾ ਹੋਊਗਾ। ਮੈਂਬਰਸ ਹਮੇਸ਼ਾ ਕਹਿੰਦਾ ਜਿਹੜਾ ਫੰਡ ਹੈ ਆਪਸ 'ਚ ਯੂਜ਼ ਕਰਦੇ ਨੇ ਜਾਂ ਸੇਵਿੰਗ ਵਗੈਰਾ ਵੀ ਕਰਦੇ ਨੇ। ਜਿੱਥੇ ਜੋ ਪ੍ਰੋਫਿਟ ਹੋਊਗਾ ਖੁਦ ਹੀ ਯੂਜ਼ ਕਰਨਾ ਹੈਗਾ, ਜਿੱਥੇ ਵੀ ਲੋਸ ਹੋਊਗਾ ਤਾਂ ਖੁਦ ਹੀ ਸਫਰ ਵੀ ਕਰਨਗੇ।
ਜਿਹੜੇ ਸਮੋਲ ਹੈਲਪ ਗਰੁੱਪ ਨੇ ਇਹਨਾਂ ਦੀ ਸਾਨੂੰ ਕਹਿੰਦਾ ਜ਼ਰੂਰਤ ਕਿਉਂ ਪਈ। ਸਭ ਤੋਂ ਪਹਿਲਾ ਪੁਆਇੰਟ ਲਿਖਿਆ ਹੈਗਾ ਉਹਨਾਂ ਨੇ ਇਕਨੋਮਿਕ ਡਿਵੈਲਪਮੈਂਟ ਮੀਨਸ ਇਕੱਠੇ ਹੋ ਕੇ ਇਕਨੋਮਿਕ ਡਿਵੈਲਪਮੈਂਟ ਕਰਨ ਦੇ ਵਿੱਚ ਵੀ ਹੈਲਪਫੁਲ ਹੁੰਦੇ ਨੇ। ਰੂਰਲ ਏਰੀਆ ਦੇ ਵਿੱਚ ਲਿਵਿੰਗ ਸਟੈਂਡਰਡ ਜੋ ਹੈ ਅਪਲਿਫਟ ਕਰਨ ਲਈ ਵੀ ਸੈਲਫ ਹੈਲਪ ਗਰੁੱਪ ਦੀ ਲੋੜ ਪਈ ਹੈਗੀ ਹੈ। ਲੋਕਲ ਰਿਸੋਰਸਿਸ ਨੂੰ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨਾ ਹੋਵੇ ਉਸ ਲਈ ਵੀ ਸੈਲਫ ਹੈਲਪ ਗਰੁੱਪ ਦੀ ਲੋੜ ਪਈ। ਸਭ ਦੇ ਵਿੱਚ ਕਹਿੰਦਾ ਹੈਬਿਟ ਲੈ ਕੇ ਨਾ ਸੇਵਿੰਗ ਦੀ, ਤਾਂ ਕਿ ਜਿਹੜੇ ਲੋਕ ਪਰਸਨਸ ਮਿਲ ਕੇ ਕੰਮ ਕਰ ਰਹੇ ਹੁੰਦੇ ਨੇ ਸਮਾਲ ਹੈਲਪ ਗਰੁੱਪ ਦੇ ਵਿੱਚ ਸਭ ਨੂੰ ਮੋਟੀਵੇਟ ਕਰਨਗੇ ਅਸੀਂ ਸੇਵਿੰਗ ਕਰਨੀ ਹੈ, ਉਸ ਦੀ ਹੈਬਿਟ ਨੂੰ ਇਨਕਰੀਜ਼ ਕਰਨਾ। ਸਭ ਨੂੰ ਹਰੇਕ ਪਰਸਨ ਦੇ ਰਾਈਟਸ, ਹਰੇਕ ਪਰਸਨ ਦੀ ਡਿਊਟੀਜ਼, ਹਰੇਕ ਬੰਦੇ ਦੀ ਰਿਸਪੌਂਸਿਬਿਲਿਟੀ ਬਾਰੇ ਅਵੇਅਰ ਕਰਵਾਉਣਾ ਵੀ ਕਿਸ ਬੰਦੇ ਨੂੰ ਕੀ ਫਾਇਦੇ ਨੇ ਕੀ ਨੁਕਸਾਨ ਨੇ, ਸਾਰੀ ਚੀਜ਼ਾਂ ਬਾਰੇ ਪਹਿਲਾਂ ਤੋਂ ਦੱਸਣਾ। ਹਰੇਕ ਮੈਂਬਰਸ ਨੂੰ ਦੱਸਣਾ ਵੀ ਜਿਸ ਟਾਈਮ ਤੁਹਾਨੂੰ ਕਿਸੇ ਟਾਈਮ ਦੇ ਵੀ ਲੋਕ ਮੀਨਸ ਕੋਈ ਵੀ ਐਸਾ ਟਾਈਮ ਆਉਂਦਾ ਤੁਹਾਨੂੰ ਨੀਡ ਹੋ ਜਾਂਦੀ ਮਨੀ ਵਗੈਰਾ ਦੀ ਜਾਂ ਫਾਈਨਾਂਸ ਵਗੈਰਾ ਦੀ, ਤਾਂ ਸਾਰੇ ਮੈਂਬਰਸ ਮਿਲ ਕੇ ਉਹਦੀ ਹੈਲਪ ਕਰਨਾ। ਡਿਵੋਲ ਇੰਟਰਪ੍ਰੀਨਿਓਰਸ਼ਿਪ ਹਮਾਰੇ ਏਰੀਆ ਮਤਲਬ ਸਾਡੇ ਜਿਹੜੇ ਏਰੀਆ ਹੈਗੇ ਨੇ ਉਹਦੇ ਵਿੱਚ ਕੀ ਇੰਟਰਪ੍ਰੀਨਿਓਰਸ਼ਿਪ ਦੇ ਜੋ ਕੰਪੀਟੀਸ਼ਨ ਲੈਵਲਸ ਨੇ ਉਹਨੂੰ ਵੀ ਡਿਵੈਲਪ ਕਰਨਾ। ਅਸੀਂ ਇਹ ਨਾ ਕਹੀਏ ਵੀ ਸਿਰਫ ਸਿੰਗਲ ਪਰਸਨ ਬਿਜ਼ਨਸ ਕਰ ਰਹੇ ਹੋ ਸਾਰੇ ਉਹਦੇ ਉੱਪਰ ਡਿਪੈਂਡ ਹੋ ਜਾਣ। ਅਸੀਂ ਕੋਸ਼ਿਸ਼ ਕਰੀਏ ਕਿ ਸਾਰੇ ਹੋਰ ਪਰਸਨਸ ਵੀ ਜਿਹੜੇ ਆਪਣੀ ਸਕਿੱਲਸ ਲਗਾ ਸਕਦੇ ਨੇ ਉਹ ਵੀ ਆਪਣੀ ਸਕਿੱਲਸ ਨਾਲ ਬਿਜ਼ਨਸ ਨੂੰ ਅੱਗੇ ਲੈ ਕੇ ਆਉਣ, ਤਾਂ ਕਿ ਕੰਪੀਟੀਸ਼ਨ ਲੈਵਲ ਮਾਰਕੀਟ 'ਚ ਵਧੇ। ਜਦੋਂ ਕੰਪੀਟੀਸ਼ਨ ਲੈਵਲ ਵਧੂਗਾ ਤਾਂ ਆਟੋ ਮੋਡ ਤੇ GDP ਵੀ ਹੋਊਗੀ, ਪ੍ਰੋਡਕਸ਼ਨ ਵੀ ਵਧੀਆ ਹੋਊਗੀ, ਪਲੱਸ ਇਕਨੋਮਿਕ ਡਿਵੈਲਪਮੈਂਟ ਵੀ ਜ਼ਿਆਦਾ ਹੋ ਜਾਊਗੀ। ਸਭ ਤੋਂ ਪਹਿਲਾਂ ਜਿਹੜੀਆਂ ਪ੍ਰੋਬਲਮਸ ਬਿਜ਼ਨਸ ਸਟਾਰਟ ਕਰਨ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਆਇਡੈਂਟੀਫਾਈ ਕਰਨਾ, ਪਲੱਸ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਸੋਲਵ ਕਰ ਸਕਦੇ ਹੈਗੇ ਆ। ਜੋ ਸਾਡੇ ਕੋਲ ਪ੍ਰੋਪਰ ਰਿਸੋਰਸਿਸ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਪ੍ਰੋਪਰ ਤਰੀਕੇ ਨਾਲ ਯੂਜ਼ ਕਰੀਏ। ਸੋ ਰਿਸੋਰਸਿਸ ਮਤਲਬ ਕਿ ਸਾਡੇ ਕੋਲ ਲੇਬਰਸ, ਮਸ਼ੀਨਸ ਜਾਂ ਫਿਰ ਉਸ ਤੋਂ ਇਲਾਵਾ ਫਾਈਨਾਂਸ ਹੋ ਗਿਆ, ਉਹ ਪ੍ਰੋਪਰ ਤਰੀਕੇ ਨਾਲ ਅਸੀਂ ਯੂਜ਼ ਕਰੀਏ। ਟੂ ਐਕਟ ਐਜ਼ ਅ ਮੀਡੀਆ ਆਫ ਸੋਸ਼ਲ ਇਕਨੋਮਿਕ ਡਿਵੈਲਪਮੈਂਟ ਫॉर ਦੀ ਵਿਲੇਜ, ਮੀਡੀਆ ਦੀ ਤਰ੍ਹਾਂ ਕੰਮ ਕਰਨਾ। ਸੈਲਫ ਹੈਲਪ ਗਰੁੱਪਸ ਕੀ ਹੈ ਮੀਡੀਆ ਦੀ ਤਰ੍ਹਾਂ ਕੰਮ ਕਰਦੇ ਨੇ, ਉਹ ਮੀਨ ਸਭ ਨੂੰ ਇਨਫੋਰਮੇਸ਼ਨ ਦਿੰਦੇ ਚਲੇ ਜਾਂਦੇ ਨੇ, ਪ੍ਰੋਪਰ ਵਿਲੇਜ ਦੀ ਡਿਵੈਲਪਮੈਂਟ ਹੋਵੇ ਉਸ ਲਈ ਜ਼ਿਆਦਾਤਰ ਕੰਮ ਕਰਦੇ ਹੈਗੇ ਨੇ। ਗੇਨ ਮਿਊਚੁਅਲ ਅੰਡਰਸਟੈਂਡਿੰਗ, ਸਾਰੇ ਜੋ ਹੈ ਆਪਸ ਮਿਲ ਕੇ ਆਪਣੀ ਸਹਿਮਤੀ ਨਾਲ ਸਭ ਨੂੰ ਆਪਣਾ ਸੈਲਫ ਕੌਨਫੀਡੈਂਸ ਹੁੰਦਾ ਹੈ, ਉਹ ਵੀ ਸੋਚ ਕੇ ਚੱਲਦੇ ਸੀ ਸਭ ਲਈ ਇੱਕੋ ਹੀ ਹੈਗੇ, ਹਰੇਕ ਨੂੰ ਐਵਰੀਵਨ ਸਮਝ ਕੇ ਸਾਡੇ ਸਾਰੇ ਮੈਂਬਰਸ ਨੇ ਸਾਡੀ ਜਾਂ ਫੈਮਿਲੀ ਮੈਂਬਰ ਜਿਵੇਂ ਉਹਨੂੰ ਟ੍ਰੀਟ ਕਰਨਾ ਉਸ ਤਰ੍ਹਾਂ। ਕਿਉਂਕਿ ਬਹੁਤ ਸਾਰੀਆਂ ਤੁਸੀਂ ਸ਼ਾਇਦ ਪਿੰਡਾਂ ਦੇ ਵਿੱਚ ਕਦੇ ਦੇਖਿਆ ਵੀ ਹੋਵੇ ਇੱਦਾਂ ਦੀਆਂ ਸੰਸਥਾਵਾਂ ਜ਼ਰੂਰ ਬਣੀਆਂ ਹੁੰਦੀਆਂ ਨੇ, ਉਹ ਆਪਣੇ ਪਿੰਡ ਦੇ ਏਰੀਆ ਦੀ ਹੈਲਪ ਕਰਨ ਲਈ ਆਲਵੇਸ ਰੈਡੀ ਹੁੰਦੀਆਂ ਨੇ। ਲੀਡਰਸ਼ਿਪ ਕੁਆਲਿਟੀ ਗਰੁੱਪ ਦੇ ਵਿੱਚ ਲੈ ਕੇ ਆਉਣਾ, ਜਿੱਥੇ ਕੋਈ ਰੁਕਾਵਟਾਂ ਆ ਰਹੀਆਂ ਹੈਗੀਆਂ ਉੱਥੇ ਟੀਮ ਵਰਕ ਕਰਨਾ। ਹਰੇਕ ਬੰਦੇ ਨੂੰ ਕਹਿੰਦਾ ਪ੍ਰੋਪਰ ਤਰੀਕੇ ਨਾਲ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ, ਜਿਵੇਂ ਅਸੀਂ ਕਹਿੰਦਾ ਚੈਨਲ ਦਾ ਕੰਮ ਕਰਨਾ, ਰੂਰਲ ਕਨੈਕਟੀਵਿਟੀ ਦਾ ਕੰਮ, ਜਿੱਥੇ ਵੀ ਕਿਸੇ ਪ੍ਰਕਾਰ ਨੂੰ ਕੋਈ ਇਨਫੋਰਮੇਸ਼ਨ ਦੀ ਲੋੜ ਹੈਗੀ ਹੈ ਉਹ ਇਨਫੋਰਮੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਨੀ। ਜਾਂ ਫਿਰ ਅਸੀਂ ਕਹੀਏ ਵੀ ਜਿੱਥੇ ਸਾਨੂੰ ਲੋੜ ਹੈਗੀ ਕਿਸੇ NGO ਵਗੈਰਾ ਦੀ ਜਾਂ ਕੋਈ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀ, ਉਹਨਾਂ ਨੂੰ ਵੀ ਆਪਣੇ ਨਾਲ ਜੋੜਨਾ, ਤਾਂ ਕਿ ਜਿੱਥੇ ਕਿਸੇ ਬੰਦੇ ਨੂੰ ਲੱਗਦਾ ਵੀ ਹਾਂ ਬਿਜ਼ਨਸ ਕਰਨ 'ਚ ਪ੍ਰੋਬਲਮਸ ਆ ਰਹੀਆਂ ਤਾਂ ਉਹਨਾਂ ਦੀ ਪ੍ਰੋਬਲਮਸ ਨੂੰ ਦੂਰ ਕੀਤਾ ਜਾਏ। ਮੋਸਟਲੀ ਜਿਹੜੇ ਜਿਵੇਂ ਸੈਲਫ ਹੈਲਪ ਗਰੁੱਪਸ ਹੋ ਗਏ ਜਾਂ ਫਿਰ ਗ੍ਰਾਸ ਰੂਟਸ ਇੰਟਰਪ੍ਰੀਨਿਓਰ ਹੋ ਗਏ, ਇਹ ਜ਼ਿਆਦਾਤਰ ਵੂਮਨ ਇੰਟਰਪ੍ਰੀਨਿਓਰਸ਼ਿਪ ਲਈ ਹੀ ਕੰਮ ਕਰਦੇ ਹੈਗੇ ਨੇ। ਇਹਨਾਂ ਨੂੰ ਨਹੀਂ ਲੱਗਦਾ ਹੈਗਾ ਕਿ ਲੇਡੀਜ਼ ਨੂੰ ਜਿੰਨਾ ਅਸੀਂ ਬੈਸਟ ਇਨਸਾਨ ਜਿੰਨਾ ਹੀ ਮਤਲਬ ਦਰਜਾ ਦੇਵਾਂਗੇ ਤਾਂ ਉਹਦਾ ਫਾਇਦਾ ਇਹ ਹੋ ਸਕਦਾ। ਕਿਉਂਕਿ ਅੱਜ ਦੇ ਟਾਈਮ ਮੈंने ਪਹਿਲਾਂ ਵੀ ਗੱਲ ਕੀਤੀ ਸੀ ਵੀ ਇੰਡੀਆ ਦੇ ਵਿੱਚ ਅਦਰ ਦੈਨ ਕੰਟਰੀਜ਼ ਜਿੰਨੀਆਂ ਵੀ ਕੰਟਰੀਜ਼ ਨੇ ਬਹੁਤ ਜ਼ਿਆਦਾ ਇੰਟਰਪ੍ਰੀਨਿਓਰ ਵੂਮਨ ਜੋ ਹੈ ਇੰਡੀਆ ਦੇ ਵਿੱਚ ਹੀ ਨੇ, ਜਿਵੇਂ ਕਿ ਸਾਇੰਟਿਸਟ ਹੋ ਗਏ, ਪਾਇਲਟ ਹੋ ਗਏ, ਡਾਕਟਰ ਹੋ ਗਏ, ਸਰਜਨ ਹੋ ਗਏ, ਤਾਂ ਸਾਰੇ ਉਹ ਇੰਡੀਆ ਦੇ ਹੀ ਨੇ। ਤਾਂ ਹਰ ਜਗ੍ਹਾ ਆਪਣੀ ਕੰਟਰੀ ਨੂੰ ਡਿਵੈਲਪ ਕਰਨ ਲਈ ਇੱਦਾਂ ਦੇ ਗਰੁੱਪ ਗਵਰਨਮੈਂਟ ਵੱਲੋਂ ਵੀ ਬਣਾਏ ਜਾਂਦੇ ਹੈਗੇ ਨੇ, ਕੁਝ ਪਿੰਡੂ ਏਰੀਆ ਦੇ ਥਰੂ ਦੇ ਆਪਸ ਹੀ ਬਣ ਜਾਂਦੇ ਹੈਗੇ ਨੇ। ਮਾਈਕਰੋ ਫਾਈਨਾਂਸ ਐਜ਼ ਅ ਟੂਲ ਫॉर ਗ੍ਰਾਸ ਰੂਟ ਇੰਟਰਪ੍ਰੀਨਿਓਰਸ਼ਿਪ ਸਮੋਲ ਹੈਲਪ ਗਰੁੱਪ ਕੀ ਹੈ, ਇੱਕ ਮਾਈਕਰੋ ਫਾਈਨਾਂਸ ਦਾ ਕੰਮ ਕਰਦਾ ਹੈਗਾ। ਮੀਨ ਜਿੱਥੇ ਕਿਸੇ ਨੂੰ ਫਾਈਨਾਂਸ ਦੀ ਲੋੜ ਪੈਂਦੀ ਹੈ ਉੱਥੇ ਫਾਈਨਾਂਸ ਦੀ ਹੈਲਪ ਵੀ ਕਰਨਗੇ। ਕੰਮ ਕੀ ਹੁੰਦਾ ਹੈ, ਸਿਰਫ ਇਕਨੋਮਿਕ ਡਿਵੈਲਪਮੈਂਟ ਹੋਵੇ ਤਾਂ ਕਿ ਵੂਮਨ ਇੰਟਰਪ੍ਰੀਨਿਓਰ ਅੱਗੇ ਨਿਕਲ ਕੇ ਆਉਣ, ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੁੰਦਾ ਹੈਗਾ। ਮਾਈਕਰੋ ਫਾਈਨਾਂਸ ਦਾ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਇਨਵੈਸਟਮੈਂਟ ਕਰ ਦਿੰਦੇ, ਕਿਸੇ ਪਰਸਨ ਨੂੰ ਇੱਕ ਛੋਟਾ ਜਿਹਾ ਬਿਜ਼ਨਸ ਜਿਵੇਂ ਸਟਾਰਟ ਕਰਾਉਣਾ ਹੋਵੇ, ਥੋੜੀ ਬਹੁਤ ਸਪੋਰਟ ਕੀਤੀ ਜਾਵੇ, ਉਹਦਾ ਪੈਸਾ ਦਿੱਤਾ ਉਹ ਟਾਈਮ ਟਾਈਮ ਤੋਂ ਵਾਪਸ ਆ ਹੀ ਜਾਣਾ ਹੈਗਾ। ਇਹ ਨਹੀਂ ਕਿ ਜਦੋਂ ਕੋਈ ਪਰਸਨ ਬਿਜ਼ਨਸ ਕਰੂਗਾ ਪੈਸਾ ਵਾਪਸ ਨਹੀਂ ਕਰੂਗਾ, ਲੇਕਿਨ ਉਹਨੂੰ ਟਾਈਮ ਦੇਣਾ ਔਰ ਪਲੱਸ ਉਹਨੂੰ ਜਿੱਥੇ ਸਪੋਰਟਸ ਲੱਗਦੀ ਹੈਗੀ ਐਕਟੀਵਿਟੀ ਬੇਸ ਤੇ ਉਹ ਕੰਪਲੀਟ ਕਰਵਾਉਣੀ ਹੈ। ਮੇਰੇ ਮੰਮਾ ਨੇ ਤਾਂ ਸਿਖਾਇਆ ਛੱਡ। ਨੈਕਸਟ ਟੌਪਿਕ ਚੱਲ ਹੈਗਾ ਬਿਲਡਿੰਗ ਦੀ ਬਿਜ਼ਨਸ ਪਲਾਨ। ਬਿਜ਼ਨਸ ਪਲਾਨ ਦਾ ਕਹਿੰਦਾ ਸਭ ਤੋਂ ਪਹਿਲਾਂ ਗੱਲ ਕਰਦੇ ਬਿਜ਼ਨਸ ਪਲਾਨ ਹੁੰਦਾ ਕੀ ਹੈ। ਪਲੈਨਿੰਗ ਆਪਾਂ ਨੂੰ ਪਤਾ ਜੀ ਪਲੈਨਿੰਗ ਕੀ ਹੁੰਦੀ ਹੈ, ਫਿਊਚਰ ਨੂੰ ਫੋਰਕਾਸਟ ਕਰਨਾ ਹੀ ਹੁੰਦਾ ਹੈ। ਬਿਜ਼ਨਸ ਪਲਾਨ ਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਅਸੀਂ ਕੋਈ ਬਿਜ਼ਨਸ ਸੈਟਅਪ ਕਰਨਾ ਹੈ ਪਹਿਲਾਂ ਉਹਦੇ ਬਾਰੇ ਪਲਾਨ ਕਰੀਏ ਵੀ ਅਸੀਂ ਬਿਜ਼ਨਸ ਕਿਸ ਚੀਜ਼ ਦਾ ਕਰਾਂਗੇ, ਕਿਹੜੇ ਕਿਹੜੇ ਸਾਡੇ ਕੋਲ ਮੀਨਸ ਰਿਸੋਰਸਿਸ ਹੋਣਗੇ, ਕਿਸ ਪ੍ਰਕਾਰ ਆਪਣੇ ਜੋ ਅਸੀਂ ਸੋਚਿਆ ਹੋਇਆ ਆਈਡੀਆ ਨੂੰ ਕਿੱਦਾਂ ਆਪਾਂ ਕੰਪਲੀਟ ਕਰਾਂਗੇ, ਕਿਉਂਕਿ ਸਾਨੂੰ ਰॉ ਮਟੀਰੀਅਲ ਨੂੰ ਗੁੱਡਸ ਦੇ ਵਿੱਚ ਕਨਵਰਟ ਕਰਨਾ ਹੈ, ਉਹਦੇ ਲਈ ਸਾਨੂੰ ਕੀ ਆਪਰੇਸ਼ਨਸ ਕਰਨੇ ਪੈਣਗੇ। ਇਸ ਚੀਜ਼ ਨੂੰ ਅਸੀਂ ਕਹਿੰਦੇ ਹੈਗੇ ਬਿਜ਼ਨਸ ਪਲਾਨ। ਬਿਜ਼ਨਸ ਪਲਾਨ ਦੇ ਕੁਝ ਆਬਜੈਕਟਿਵ ਹੁੰਦੇ ਨੇ, ਦੇਖੋ ਲਿਖੇ ਸਭ ਤੋਂ ਪਹਿਲਾਂ ਕਹਿੰਦਾ ਜਿੰਨੇ ਵੀ ਇੰਟਰਪ੍ਰੀਨਿਓਰ ਹੋਣਗੇ ਉਹਨਾਂ ਨੂੰ ਡਾਇਰੈਕਸ਼ਨ ਮਿਲ ਜਾਂਦੀ ਹੈਗੀਆਂ ਨੇ ਵੀ ਜੋ ਕੁਝ ਉਹਨਾਂ ਨੇ ਸੋਚਿਆ ਹੈ ਆਪਣੇ ਵਿਜ਼ਨਸ ਜੋ ਵੀ ਉਹਨਾਂ ਦੇ ਡ੍ਰੀਮਸ ਹੈਗੇ ਨੇ ਜਾਂ ਫਿਊਚਰ ਬਾਰੇ ਕੁਝ ਸੋਚਿਆ ਹੈ ਉਹਨੂੰ ਕਿਸ ਤਰ੍ਹਾਂ ਕੰਪਲੀਟ ਕਰਨਗੇ। ਸੈਕੰਡ ਲਿਖਿਆ ਵੀ ਆਪਣੇ ਆਬਜੈਕਟਿਵਸ ਨੂੰ ਪ੍ਰੋਪਰ ਤਰੀਕੇ ਨਾਲ ਸੈਟਅਪ ਕਰ ਸਕਦੇ ਨੇ, ਕਿਉਂਕਿ ਉਹਨਾਂ ਨੂੰ ਬਿਜ਼ਨਸ ਦੇ ਪ੍ਰੋਸਪੈਕਟ ਦੇ ਵਿੱਚ ਦਿਖਾਣਾ ਪੈਂਦਾ ਹੈਗਾ ਕੋਈ ਨਾ ਆਬਜੈਕਟਿਵ ਉਹ ਕੰਪਲੀਟ ਕਰ ਸਕਦੇ ਹਨ। ਪਲੈਨਿੰਗ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਬਾਅਦ
ਮੋਨੀਟਰ ਦੀ ਪ੍ਰੋਗਰੈਸ ਆਫਟਰ ਇੰਪਲੀਮੈਂਟਿੰਗ ਦੀ ਪਲਾਨ। ਜਦੋਂ ਪਲਾਨ ਤੁਹਾਡਾ ਲਾਗੂ ਹੋ ਜਾਊਗਾ ਤਾਂ ਤੁਸੀਂ ਸਾਰਾ ਕੰਮ ਮੋਨੀਟਰ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਹੋਰ ਪਰਸਨਸ ਨੂੰ ਵੀ ਪ੍ਰਭਾਵਿਤ ਕਰ ਸਕਦੇ ਹੋ ਕਿ ਤੁਹਾਡੇ ਬਿਜ਼ਨਸ ਨਾਲੋਂ ਜੁੜਨ, ਕਿਉਂਕਿ ਜਦੋਂ ਬਿਜ਼ਨਸ ਦਾ ਪਲਾਨ ਬਣਿਆ ਹੋਊਗਾ ਤਾਂ ਅਸੀਂ ਪਲਾਨ ਦਿਖਾ ਕੇ ਹੋਰ ਪਰਸਨਸ ਨੂੰ ਵੀ ਦੱਸ ਸਕਦੇ ਹਾਂ ਵੀ ਸਾਡਾ ਪਲਾਨ ਬਿਜ਼ਨਸ ਇਸ ਤਰ੍ਹਾਂ ਦਾ ਹੈਗਾ, ਸਾਡੇ ਨਾਲ ਤੁਸੀਂ ਜੁੜ ਕੇ ਕੰਮ ਕੰਪਲੀਟ ਕਰ ਸਕਦੇ ਹੋ। ਸੀਕ ਲੋਨ ਫਰਮ ਫਾਈਨੈਂਸ਼ੀਅਲ ਇੰਸਟੀਟਿਊਸ਼ਨ। ਜਦੋਂ ਤੁਸੀਂ ਤੁਹਾਡੇ ਕੋਲ ਕਹਿੰਦਾ ਬਿਜ਼ਨਸ ਪਲਾਨ ਬਣਿਆ ਹੋਊਗਾ ਤੁਸੀਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੋਨ ਵੀ ਲੈ ਸਕਦੇ ਹੋ, ਕਿਉਂਕਿ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵੀ ਜਦੋਂ ਪੈਸਾ ਦਿੰਦੀ ਹੈਗੀ ਤਾਂ ਪੁੱਛਦੇ ਹੈਗੇ ਤੁਸੀਂ ਕਿਹੜਾ ਕੰਮ ਕਰਨਾ ਚਾਹੁੰਦੇ ਹੋ, ਕਿਸ ਬੇਸ ਤੇ ਕੰਮ ਹੋ। ਅਗਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵੀ ਤੁਹਾਡੇ ਨਾਲ ਪ੍ਰਭਾਵਿਤ ਹੋ ਜਾਣ ਤਾਂ ਈਜ਼ੀਲੀ ਬੇਸ ਨਾਲ ਤੁਹਾਨੂੰ ਲੋਨ ਵੀ ਮਿਲ ਜਾਂਦੇ ਹੈਗੇ ਨੇ। ਜਦੋਂ ਅਸੀਂ ਬਿਜ਼ਨਸ ਪਲਾਨ ਸੈਟਅਪ ਕਰ ਲੈਂਦੇ ਸਾਨੂੰ ਕਲੀਅਰ ਪਤਾ ਲੱਗਦਾ ਵੀ ਮਾਰਕੀਟ ਦੇ ਵਿੱਚ ਕੀ ਸਾਨੂੰ ਅਵੇਲੇਬਿਲਿਟੀ ਚਾਹੀਦੀ ਹੈਗੀ ਹੈ, ਸਾਡੀ ਆਰਗੇਨਾਈਜੇਸ਼ਨ ਕਿੱਥੇ ਹੋਣੀ ਚਾਹੀਦੀ ਹੈ, ਸਾਡੇ ਕੰਮ ਕੀ ਹੋਣਗੇ, ਪਲੱਸ ਸਾਡੇ ਕੋਲ ਫਾਈਨੈਂਸ਼ੀਅਲ ਸਾਨੂੰ ਕਿੰਨਾ ਚਾਹੀਦਾ ਹੈਗਾ, ਕਿਉਂਕਿ ਪਲਾਨ ਜਦੋਂ ਰੈਡੀ ਹੋਊਗਾ ਉਸ ਤੋਂ ਬਾਅਦ ਹੀ ਕੰਪਲੀਟ ਇਨਫੋਰਮੇਸ਼ਨ ਨਿਕਲ ਕੇ ਆਉਂਦੀ ਹੈਗੀ ਵੀ ਸਾਨੂੰ ਕੰਮ ਕਰਨ ਲਈ ਕਿੰਨੇ ਕੁ ਫਾਈਨਾਂਸ ਦੀ ਲੋੜ ਹੈਗੀ ਹੈ। ਇੱਕ ਇੰਟਰਪ੍ਰੀਨਰ ਨੂੰ ਇੱਕ ਫਾਇਦਾ ਮਿਲ ਜਾਂਦਾ ਹੈ ਕਿ ਆਪਣੇ ਬਿਜ਼ਨਸ ਪਲਾਨ ਨੂੰ ਕਿਸ ਤਰ੍ਹਾਂ ਅਸੀਂ ਇੰਪਲੀਮੈਂਟ ਵੀ ਕਰਨਾ ਹੈ, ਕਿਉਂਕਿ ਜਦੋਂ ਬਿਜ਼ਨਸ ਪਲਾਨ ਬਾਰੇ ਤੁਹਾਨੂੰ ਪਤਾ ਹੋਊਗਾ ਫਿਰ ਉਹਨੂੰ ਸਾਰੇ ਸਟੈਪ ਕਲੀਅਰ ਹੋ ਜਾਂਦੇ ਨੇ ਵੀ ਮੈਂ ਜਦੋਂ ਇੰਪਲੀਮੈਂਟ ਕਰਨਾ ਹੈ ਆਪਣਾ ਪਲਾਨ ਜਾਂ ਬਿਜ਼ਨਸ ਸਟਾਰਟ ਕਰਨਾ ਤਾਂ ਕਿਸ ਤਰ੍ਹਾਂ ਸਟਾਰਟ ਕਰੂੰਗਾ। ਸਾਨੂੰ ਆਪਣੀ ਸਟਰੈਂਥ ਔਰ ਵੀਕਨੈਸ ਬਾਰੇ ਵੀ ਪਤਾ ਲੱਗ ਜਾਂਦਾ ਹੈਗਾ ਜਦੋਂ ਅਸੀਂ ਪਲਾਨ ਰੈਡੀ ਕੀਤਾ ਹੁੰਦਾ, ਕਿਉਂਕਿ ਸਾਡੇ ਬਿਜ਼ਨਸ ਕਿੱਥੇ ਕਿੱਥੇ ਸਾਨੂੰ ਸਟਰੈਂਥ ਹੋਊਗੀ, ਕਿੱਥੇ ਕਿੱਥੇ ਵੀਕਨੈਸ, ਕਿਉਂਕਿ ਵੀਕਨੈਸ ਹੁੰਦੀ ਜ਼ਰੂਰ ਹੈ ਲੇਕਿਨ ਅਸੀਂ ਇਹਨੂੰ ਇਗਨੋਰ ਕਰਦੇ ਹਾਂ। ਸਾਨੂੰ ਹੁੰਦਾ ਵੀ ਜਦੋਂ ਅਸੀਂ ਸਟਾਰਟ ਕਰਾਂਗੇ ਇੰਪਲੀਮੈਂਟ ਕਰਾਂਗੇ ਜੋ ਪ੍ਰੋਬਲਮਸ ਆਏਗੀਆਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਟਾਈਮਲੀ ਉਹ ਦੂਰ ਵੀ ਹੋ ਜਾਣਗੀਆਂ। ਅਸੀਂ ਹਮੇਸ਼ਾ ਕਹਿੰਦਾ ਓਪਰਚੁਨਿਟੀਜ਼ ਨਾਲ ਕੰਮ ਕਰਦੇ ਹਾਂ। ਓਪਰਚੁਨਿਟੀ ਦੇ ਵਿੱਚ ਬਹੁਤ ਜ਼ਿਆਦਾ ਚੈਲੰਜਸ ਵੀ ਆਉਂਦੇ ਨੇ। ਜਦੋਂ ਤੁਹਾਨੂੰ ਪਲੈਨਿੰਗ ਬਾਰੇ ਪਹਿਲਾਂ ਤੋਂ ਹੀ ਪਤਾ ਹੁੰਦਾ ਤਾਂ ਤੁਸੀਂ ਕੋਸ਼ਿਸ਼ ਕਰਦੇ ਹੋ ਵੀ ਜਿੰਨੀ ਸਾਨੂੰ ਓਪਰਚੁਨਿਟੀਜ਼ ਨੇ ਉਹਦਾ ਫਾਇਦਾ ਜ਼ਿਆਦਾ ਲਿਆ ਜਾਵੇ। ਚੈਲੰਜਸ ਜੋ ਹੈ ਫਿਰ ਆਪਣੇ ਆਪ ਹੀ ਦੂਰ ਹੋ ਜਾਣਗੇ। ਸਾਨੂੰ ਆਪਣੇ ਕਹਿੰਦਾ ਆਈਡੀਆਜ਼ ਪਲੱਸ ਸਾਨੂੰ ਜਿਹੜੇ ਗੈਪਸ ਹੁੰਦੇ ਨੇ ਉਹਨਾਂ ਬਾਰੇ ਪਹਿਲਾਂ ਤੋਂ ਹੀ ਕਲੀਅਰ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਵੀ ਅਸੀਂ ਕਿਸ ਟਾਈਮ ਤੇ ਕਿਹੜਾ ਸਟੈਪ ਚੁੱਕਣਾ ਹੈਗਾ, ਉਹ ਪਲੈਨਿੰਗ ਤੇ ਕਲੀਅਰ ਪਹਿਲਾਂ ਹੀ ਹੋ ਜਾਂਦਾ ਹੈਗਾ। ਡਾਕੂਮੈਂਟਰੀ ਓਨਰਸ਼ਿਪ ਵੀ ਪ੍ਰੋਪਰ ਤਰੀਕੇ ਨਾਲ ਹੋ ਜਾਂਦੀ ਹੈਗੀ ਹੈ ਜਦੋਂ ਬਿਜ਼ਨਸ ਪਲਾਨ ਹੋਊਗਾ। ਮੀਨਸ ਬਿਜ਼ਨਸ ਪਲਾਨ ਦੇ ਵਿੱਚ ਫਿਰ ਅਸੀਂ ਸਭ ਬੰਦੇ ਦੀ ਡਿਊਟੀਜ਼ ਰਿਸਪੌਂਸਿਬਿਲਿਟੀ ਸੈਟਅਪ ਕਰ ਦਿੰਦੇ ਹਾਂ, ਫਿਰ ਅਸੀਂ ਡਾਕੂਮੈਂਟਰੀ ਪ੍ਰੂਫ ਵੀ ਈਜ਼ੀਲੀ ਬੇਸ ਨਾਲ ਬਣਾ ਸਕਦੇ ਹਾਂ। ਤਾਂ ਹਰੇਕ ਬੰਦੇ ਨੂੰ ਕਿਉਂਕਿ ਉਹਨੂੰ ਰਿਸਪੌਂਸਿਬਿਲਿਟੀ ਪਤਾ ਹੁੰਦੀ ਹੈ ਉਹ ਆਪਣਾ ਕੰਮ ਉਸੇ ਤਰ੍ਹਾਂ ਹੀ ਕੰਪਲੀਟ ਕਰਦਾ ਚਲਾ ਜਾਂਦਾ ਹੈ। ਬਿਜ਼ਨਸ ਪਲਾਨ ਦੀ ਵੈਲਿਊ ਔਰ ਇੰਪੋਰਟੈਂਸ ਇਹਨਾਂ ਨੇ ਲਿਖਿਆ ਤਾਂ ਹੈ ਨਹੀਂਗਾ, ਲੇਕਿਨ ਆਪਾਂ ਕੁਝ ਪੁਆਇੰਟ ਲਿਖਣਾ ਹੋਊਗਾ ਸਾਨੂੰ ਕੀ ਫਾਇਦਾ ਹੋਊਗਾ। ਬਿਜ਼ਨਸ ਪਲਾਨ ਦੀ ਇੰਪੋਰਟੈਂਸ ਕੀ ਲਿਖਾਂਗੇ ਜੇ ਵੈਲਿਊ, ਸਭ ਤੋਂ ਪਹਿਲਾ ਪੁਆਇੰਟ ਲਿਖ ਸਕਦੇ ਹਾਂ ਕਿ ਅਸੀਂ ਪ੍ਰੋਪਰ ਤਰੀਕੇ ਨਾਲ ਆਪਣੇ ਆਬਜੈਕਟਿਵ ਅਚੀਵ ਕਰ ਸਕਦੇ ਹਾਂ। ਆਪਣੇ ਗੋਲਸ ਜੋ ਹੈ ਪ੍ਰੋਪਰ ਤਰੀਕੇ ਨਾਲ ਕੰਪਲੀਟ ਇੰਡੀਵਿਜੂਅਲ ਗੋਲਸ ਪਲੱਸ ਜਿਹੜੇ ਮੈਂਬਰ ਸਾਡੇ ਨਾਲ ਜੁੜੇ ਹੋਣ ਜਿਵੇਂ ਅਸੀਂ ਸੋਸ਼ਲ ਗੋਲਸ ਉਹ ਵੀ ਅਸੀਂ ਕੰਪਲੀਟ ਕਰ ਸਕਦੇ ਹੈਗੇ ਹਾਂ। ਪ੍ਰੋਪਰ ਤਰੀਕੇ ਨਾਲ ਫੋਰਕਾਸਟਿੰਗ ਹੋ ਸਕਦੀ ਹੈ। ਫਾਈਨੈਂਸ਼ੀਅਲ ਅਰੇਂਜਮੈਂਟ ਕਰਨੇ ਹੋਣ ਉਹ ਵੀ ਅਰੇਂਜਮੈਂਟ ਹੋ ਜਾਣਗੇ। ਚੇਂਜਿੰਗ देयर ਬਿਜ਼ਨਸ ਗੋਲਸ। ਗੈਦਰਿੰਗ ਮਤਲਬ ਫਾਈਨਾਂਸ, ਸਾਨੂੰ ਬਿਜ਼ਨਸ ਜਿੱਥੇ ਫਾਈਨਾਂਸ ਦੀ ਲੋੜ ਹੈ ਉਹਨੂੰ ਗੈਦਰਿੰਗ ਕਰ ਸਕਦੇ ਹੈਗੇ ਆ। ਪਲੱਸ ਬਿਜ਼ਨਸ ਦੇ ਵਿੱਚ ਕਿੰਨੇ ਰਿਸਕ ਹੋਣਗੇ ਉਹਨਾਂ ਨੂੰ ਅਸੀਂ ਪਹਿਲਾਂ ਤੋਂ ਹੀ ਫਾਈਂਡ ਕਰ ਸਕਦੇ ਹਾਂ। ਜਿੱਥੇ ਸਾਨੂੰ ਇਨਵੈਸਟਮੈਂਟ ਦੀ ਲੋੜ ਹੋਗੀ ਉਹ ਟਾਈਮ ਸਾਨੂੰ ਪਹਿਲਾਂ ਤੋਂ ਹੀ ਕੰਪਲੀਟ ਹੋ ਪਤਾ ਹੋਣਗੇ ਵੀ ਅਸੀਂ ਕਿਤੇ ਕਿਤੇ ਜਾ ਕੇ ਇਨਵੈਸਟਮੈਂਟ ਕਰਨੀ ਹੈ। ਤਾਂ ਬਿਜ਼ਨਸ ਪਲਾਨ ਦੇ ਸਾਨੂੰ ਇਹ ਸਾਰੇ ਫਾਇਦੇ ਹੁੰਦੇ ਹੈਗੇ। ਬਿਜ਼ਨਸ ਪਲਾਨ ਦੇ ਕਹਿੰਦਾ ਜਦੋਂ ਅਸੀਂ ਬਿਜ਼ਨਸ ਪਲਾਨ ਸੈਟਅਪ ਕਰਨਾ ਹੈ ਉਹਦੇ ਮੀਨਸ ਸਟੈਪ ਕੀ ਹੋਣਗੇ ਉਹ ਦੇਖੋ। ਸਟੈਪ ਸਭ ਤੋਂ ਪਹਿਲਾਂ ਲਿਖਿਆ ਹੈਗਾ ਪ੍ਰੀਪਰੇਸ਼ਨ ਐਂਡ ਇਵੈਲੂਏਸ਼ਨ ਬਿਜ਼ਨਸ ਪਲਾਨ। ਜਦੋਂ ਵੀ ਕਹਿੰਦਾ ਅਸੀਂ ਬਿਜ਼ਨਸ ਪਲਾਨ ਸੈਟਅਪ ਕਰਨਾ ਹੈ ਉਹਦੇ ਸਾਨੂੰ ਕੁਝ ਨਾ ਕੁਝ ਸਟੈਪਸ ਹੋਣਗੇ ਜੋ ਸਾਨੂੰ ਪਹਿਲਾਂ ਤੋਂ ਹੀ ਦਿਮਾਗ ਦੇ ਵਿੱਚ ਰੱਖਣੇ ਪੈਂਦੇ ਹੈ। ਸਭ ਤੋਂ ਪਹਿਲਾ ਸਟੈਪ ਹੈਗਾ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ। ਮੀਨਸ ਪਹਿਲਾ ਸਟੈਪ ਹੋਊਗਾ ਵੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਇਨਵੈਸਟੀਗੇਸ਼ਨ ਕੀ ਕਰਾਂਗੇ, ਅਸੀਂ ਦੇਖਾਂਗੇ ਸਾਡਾ ਬਿਜ਼ਨਸ ਪਲਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਅਸੀਂ ਕਿੱਥੋਂ ਰॉ ਮਟੀਰੀਅਲ ਵਗੈਰਾ ਲਵਾਂਗੇ, ਸਾਡੇ ਕੋਲ ਕੀ ਡਰਾਬੈਕਸ ਹੋਣਗੇ, ਮੀਨਸ ਸਾਨੂੰ ਕਿਤੇ ਕਿਤੇ ਨੁਕਸਾਨ ਹੋ ਸਕਦਾ ਹੈਗਾ, ਸਾਡੇ ਕਿਤੇ ਕਿਤੇ ਕੰਪੀਟੀਸ਼ਨ ਲੈਵਲ ਹੋਊਗਾ, ਸਾਡੇ ਕੋਲ ਇਨਵਾਇਰਨਮੈਂਟ ਕਿਸ ਤਰ੍ਹਾਂ ਦਾ ਹੋਊਗਾ। ਸਾਨੂੰ ਪ੍ਰੋਪਰ ਸਕੈਨਿੰਗ ਕਰਨੀ ਪੜੂਗੀ। ਸਕੈਨਿੰਗ ਦੇ ਵਿੱਚ ਮਤਲਬ ਕਿ ਅਸੀਂ ਇੰਟਰਨਲ ਵੀ ਦੇਖਾਂਗੇ ਪਲੱਸ ਐਕਸਟਰਨਲ ਵੀ। ਇੰਟਰਨਲ ਹੋਊਗਾ ਵੀ ਜਿਹੜੇ ਪਰਸਨ ਸਾਡੇ ਨਾਲ ਜੁੜਨਗੇ ਉਹ ਸਾਡੇ ਲਈ ਕਿੰਨੇ ਕੁ ਫਾਇਦੇਮੰਦ ਹੋਣਗੇ। ਐਕਸਟਰਨਲ ਹੋਊਗਾ ਵੀ ਸਾਨੂੰ ਗਵਰਨਮੈਂਟ ਤੋਂ ਸਪੋਰਟ ਮਿਲੂਗੀ ਜਾਂ ਨਹੀਂ ਮਿਲੂਗੀ, ਮਾਰਕੀਟ ਸਾਡੇ ਲਈ ਹੈਲਪਫੁਲ ਹੋਏਗੀ ਜਾਂ ਨਹੀਂ ਹੋਏਗੀ, ਜਾਂ ਸਾਨੂੰ ਕਿਤੋਂ ਫਾਈਨਾਂਸ ਦੀ ਲੋੜ ਪਈ ਤਾਂ ਅਸੀਂ ਕਿੱਥੋਂ ਫਾਈਨਾਂਸ ਰੇਜ਼ ਕਰਾਂਗੇ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਫਸਟ ਸਟੈਪ ਦੀ ਇਨਵੈਸਟੀਗੇਸ਼ਨ ਕਰਨਾ ਜਦੋਂ ਅਸੀਂ ਬਿਜ਼ਨਸ ਪਲਾਨ ਰੈਡੀ ਕਰਦੇ ਹਾਂ। ਦੂਸਰਾ ਹੁੰਦਾ ਆਈਡੀਆ ਜਨਰੇਸ਼ਨ। ਆਈਡੀਆ ਜਨਰੇਸ਼ਨ ਦਾ ਮਤਲਬ ਹੋ ਗਿਆ ਕਿ ਜਿਹੜਾ ਅਸੀਂ ਬਿਜ਼ਨਸ ਸੈਟਅਪ ਕਰਨਾ ਸੀ ਉਹਦਾ ਆਈਡੀਆ ਜਨਰੇਟ ਕਰਾਂਗੇ। ਅਸੀਂ ਦੇਖਾਂਗੇ ਸਾਡੇ ਲਈ ਕਿਹੜੇ ਸਾਡੇ ਕੰਜ਼ਿਊਮਰਸ ਹੋਣਗੇ, ਪੰਦਲੀ ਜਾਂ ਕਸਟਮਰਸ ਹੋਣਗੇ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਜਿਸ ਪ੍ਰਕਾਰ ਦਾ ਅਸੀਂ ਪ੍ਰੋਡਕਟ ਬਣਾਵਾਂਗੇ ਉਵੇਂ ਦੇ ਹੀ ਸਾਡੇ ਕਸਟਮਰ ਨਿਕਲ ਕੇ ਆਉਂਦੇ ਨੇ। ਹੁਣ ਮੰਨ ਲਓ ਮੈਂ ਕੋਈ ਖਾਣ ਪੀਣ ਵਾਲੀ ਚੀਜ਼ਾਂ ਬਣਾਵਾਂ ਜਿਵੇਂ ਬੱਚਿਆਂ ਲਈ, ਤਾਂ ਫਿਰ ਸਾਡੇ ਲਈ ਕਸਟਮਰ ਕੀ ਹੋਣਗੇ, ਸਾਡੇ ਬੱਚੇ ਹੋਣਗੇ। ਫਿਰ ਅਸੀਂ ਦੇਖਾਂਗੇ ਮਾਰਕੀਟ ਦੇ ਵਿੱਚ ਬੱਚੇ ਸਾਡੀ ਚੀਜ਼ ਨੂੰ ਪਸੰਦ ਕਰਨਗੇ ਜਾਂ ਨਹੀਂ ਕਰਨਗੇ, ਉਹ ਸਾਨੂੰ ਪਹਿਲਾਂ ਤੋਂ ਆਪਣੇ ਆਈਡੀਆ ਤੋਂ ਹੀ ਕੰਪਲੀਟ ਹੋਣਾ ਹੈ। ਦੂਸਰਾ ਅਸੀਂ ਦੇਖਾਂਗੇ ਐਗਜ਼ਿਸਟਿੰਗ ਇਦਾਂ ਦੀਆਂ ਕੰਪਨੀਆਂ ਕਿਹੜੀਆਂ ਹੈਗੀਆਂ ਨੇ। ਜਦੋਂ ਅਸੀਂ ਆਈਡੀਆ ਜਨਰੇਟ ਕਰ ਰਹੇ ਹਾਂ, ਮੈंने ਕੋਈ ਬਿਜ਼ਨਸ ਸਟਾਰਟ ਕਰਨਾ ਤਾਂ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਮੈਂ ਹੀ ਅਕੇਲਾ ਉਹ ਕੰਪਨੀ ਵਾਲਾ ਹੋਊਗਾ, ਤਾਂ ਹੋ ਸਕਦਾ ਉਦਾਂ ਦੇ ਪ੍ਰੋਡਕਟ ਹੋਰ ਕੰਪਨੀਆਂ ਵੀ ਬਣਾ ਰਹੀਆਂ ਹੋਣ। ਥਰਡ ਹੋਊਗਾ ਸਾਨੂੰ ਰਿਸਰਚ ਐਂਡ ਡਿਵੈਲਪਮੈਂਟ। ਅਸੀਂ ਕਿੰਨਾ ਕੁ ਆਪਣੇ ਪ੍ਰੋਡਕਟ ਦੇ ਉੱਪਰ ਰਿਸਰਚ ਕਰਾਵਾਂਗੇ ਜਾਂ ਆਈਟੀ ਸੈਕਟਰ ਨਾਲ ਕੰਮ ਕਰਾਂਗੇ। ਫਿਰ ਸਾਡੇ ਲਈ ਇੰਪਲੋਈਜ਼ ਕਿਹੜੇ ਹੋਣਗੇ, ਕਿਉਂਕਿ ਇੰਪਲੋਈਜ਼ ਵੀ ਤੁਹਾਡੇ ਲਈ ਹਮੇਸ਼ਾ ਮੇਨ ਰੋਲ ਅਦਾ ਕਰਦੇ ਹੈਗੇ ਨੇ, ਕਿਉਂਕਿ ਤੁਹਾਡੀ ਕੰਪਨੀ ਦੇ ਵਿੱਚ ਅਗਰ ਬੈਸਟ ਇੰਪਲੋਈਜ਼ ਹੋਣਗੇ ਤਾਂ ਈਜ਼ੀਲੀ ਬਿਜ਼ਨਸ ਕੰਮ ਹੋ ਜਾਂਦਾ ਹੈ। ਫਿਰ ਸਾਡੇ ਡੀਲਰਸ ਐਂਡ ਰਿਟੇਲਰਸ।
ਅਸੀਂ ਕਿਹੜੇ ਰਿਟੇਲਰਸ ਨਾਲ ਮਿਲ ਕੇ ਕੰਮ ਕਰਾਂਗੇ। ਹਰੇਕ ਕੰਪਨੀਜ਼ ਦੇ ਆਪਣੇ ਡਿਸਟ੍ਰੀਬਿਊਟਰਸ ਹੁੰਦੇ ਨੇ ਜਾਂ ਫਿਰ ਰਿਟੇਲਰਸ ਹੁੰਦੇ ਨੇ ਜਿੱਥੇ ਉਹ ਡਾਇਰੈਕਟ ਸਟਾਕ ਪਹੁੰਚਾਉਂਦੇ ਨੇ, ਫਿਰ ਮਾਰਕੀਟ ਸਾਡਾ ਕੰਮ ਨਿਕਲ ਕੇ ਆ ਜਾਂਦਾ ਹੈ। ਆਈਡੀਆ ਜਨਰੇਟ ਕਰਨ ਲਈ ਕਹਿੰਦਾ ਸਾਡੇ ਕੋਲ ਅਲੱਗ-ਅਲੱਗ ਟੈਕਨੀਕਸ ਹੋਣਗੇ, ਜਿਵੇਂ ਬ੍ਰੇਨਸਟੋਰਮਿੰਗ, ਗਰੁੱਪ ਡਿਸਕਸ਼ਨਸ, डाटा कलेक्शंस या फिर एडवर्टाइजमेंट्स, मेल्स, इंटरनेट या फिर वैल्यू एडिशन या फिर मार्केट रिसर्च या फिर कमर्शलाइजिंग इन्वेंशनस। ਅਸੀਂ ਕਹਿੰਦਾ ਜਾਂ ਤਾਂ ਬ੍ਰੇਨਸਟੋਰਮਿੰਗ ਜਿਵੇਂ ਲੋਕਾਂ ਦਾ ਦਿਮਾਗ ਪੜਨ ਦੀ ਕੋਸ਼ਿਸ਼ ਕਰਾਂਗੇ, ਜਾਂ ਫਿਰ ਹੋ ਸਕਦਾ ਐਡਵਰਟਾਈਜ਼ਮੈਂਟ ਕਰਾਂਗੇ, ਜਾਂ ਫਿਰ ਗਰੁੱਪ ਡਿਸਕਸ਼ਨ, ਗਰੁੱਪ ਦੇ ਵਿੱਚ ਪਰਸਨ ਇਕੱਠੇ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਸਾਨੂੰ ਆਈਡੀਆ ਸਾਡਾ ਜਨਰੇਟ ਹੋਵੇ ਪ੍ਰੋਪਰ। ਜਦੋਂ ਸਾਨੂੰ ਮਾਰਕੀਟ ਦੀ ਨੌਲੇਜ ਮਿਲ ਜੂਗੀ ਤਾਂ ਅਸੀਂ ਆਈਡੀਆ ਜਨਰੇਟ ਕਰ ਲਾਂਗੇ ਅਸੀਂ ਕਿਸ ਪ੍ਰਕਾਰ ਦਾ ਬਿਜ਼ਨਸ ਸੈਟਅਪ ਕਰਨਾ ਹੈ। ਫਿਰ ਹੈਗਾ ਇਨਵਾਇਰਮੈਂਟਲ ਸਕੈਨਿੰਗ। ਇਨਵਾਇਰਮੈਂਟ ਸਕੈਨਿੰਗ ਦਾ ਮਤਲਬ ਹੋ ਗਿਆ ਕਿ ਬਿਜ਼ਨਸ ਦਾ ਮਾਹੌਲ ਜਿਹੜਾ ਉਹਨੂੰ ਅਸੀਂ ਸਕੈਨ ਕਰੀਏ। ਉਹਦੇ ਵਿੱਚ ਦੋ ਪ੍ਰਕਾਰ ਦੀ ਸਕੈਨਿੰਗ ਹੋਊਗੀ, ਐਕਸਟਰਨਲ ਔਰ ਇੰਟਰਨਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਕਸਟਰਨਲ ਇਨਵਾਇਰਮੈਂਟ। ਐਕਸਟਰਨਲ ਦਾ ਇਨਵਾਇਰਮੈਂਟ ਦਾ ਮਤਲਬ ਹੈ ਸੋਸ਼ਲ ਕਲਚਰ ਅਪਰਾਈਜ਼ਲਸ। ਅਸੀਂ ਕੋਸ਼ਿਸ਼ ਕਰੀਏ ਕਿ ਸਾਡੇ ਬਿਜ਼ਨਸ ਨੂੰ ਅਪਰਾਈਜ਼ਲ ਮਿਲੇ, ਪ੍ਰਸ਼ੰਸਾ ਹੋਵੇ ਜੋ ਅਸੀਂ ਕੰਮ ਕਰ ਰਹੇ ਹਾਂ, ਲੋਕ ਸਾਡੇ ਬਿਜ਼ਨਸ ਨੂੰ ਪਸੰਦ ਕਰਨ, ਤਾਂ ਕਿ ਸਾਡੀ ਮਾਰਕੀਟ ਦੇ ਵਿੱਚ ਗੁੱਡਵਿਲ ਮਿਲੇ। ਅਸੀਂ ਦੇਖਾਂਗੇ ਕੋਸ਼ਿਸ਼ ਹਮੇਸ਼ਾ ਹਰੇਕ ਕੰਪਨੀ ਦੀ ਹੁੰਦੀ ਵੀ ਜਦੋਂ ਅਸੀਂ ਮਾਰਕੀਟ 'ਚ ਆਵੇ ਤਾਂ ਲੋਕ ਆਟੋ ਮੋਡ ਤੇ ਸਾਨੂੰ ਅੱਗੇ ਲੈ ਕੇ ਆਣ, ਵੀ ਲੋਕ ਖੁਦ ਕਹਿਣ ਵੀ ਹਾਂ ਇਹਨਾਂ ਦਾ ਜੋ ਬਿਜ਼ਨਸ ਹੈ ਪ੍ਰੋਪਰ ਤਰੀਕੇ ਨਾਲ ਸੈਟਅਪ ਹੋਇਆ ਹੈ, ਸਾਡੀ ਕੰਪਨੀ ਦੀ ਗੁੱਡਵਿਲ ਹੀ ਬਣੀ ਹੈ, ਤਾਂ ਹੀ ਸਾਰੇ ਜਿਹੜਾ ਰੇਟ ਕਹਿੰਦੇ ਹੋਗੀ। ਉਸ ਤੋਂ ਬਾਅਦ ਹੈਗਾ ਟੈਕਨੋਲੋਜੀਕਲ ਅਪਰਾਈਜ਼ਲ। ਟੈਕਨੋਲੋਜੀ ਅਪਰਾਈਜ਼ਲ ਮਤਲਬ ਵੀ ਅਸੀਂ ਜੋ ਕੰਮ ਕਰੀਏ ਟੈਕਨੋਲੋਜੀ ਬੇਸ ਤੇ ਸਾਡੀ ਉੱਥੇ ਵੀ ਪ੍ਰਸ਼ੰਸਾ ਹੋਵੇ। ਮੀਨਸ ਗਵਰਨਮੈਂਟ ਵੀ ਕੱਲ ਨੂੰ ਆ ਕੇ ਕਹਿ ਸਕੇ ਵੀ ਹਾਂ ਜੋ ਇਹ ਕੰਮ ਕਰ ਰਹੇ ਬੈਸਟ ਕੰਪਨੀ ਕੰਮ ਕਰ ਰਹੀ ਹੈ। ਜਿਵੇਂ ਐਗਜ਼ਾਮਪਲ ਅੱਜ ਕੱਲ੍ਹ ਜੀਓ ਦੀ ਐਡਵਰਟਾਈਜ਼ਮੈਂਟ ਬਹੁਤ ਜ਼ਿਆਦਾ ਹੈਗੀ ਹੈ, ਤਾਂ ਉਹ ਵੀ ਟੈਕਨੋਲੋਜੀ ਬੇਸ ਤੇ ਵੀ ਕਹਿੰਦੇ ਫਟਾਫਟ ਇਨਕਰੀਜ਼ ਹੋ ਰਹੀ ਹੈ ਕੰਪਨੀ 3G ਤੋਂ 4G 4G ਤੋਂ 5G ਅੱਗੇ ਵਧਦੇ ਚਲੇ ਜਾ ਰਹੇ ਨੇ, ਤਾਂ ਇੱਕ ਟੈਕਨੋਲੋਜੀ ਅਪਰਾਈਜ਼ਲਸ ਹੁੰਦੀ ਚੜੀ। ਉਸ ਤੋਂ ਬਾਅਦ ਕਹਿੰਦਾ ਇਕਨੋਮਿਕ ਅਪਰਾਈਜ਼ਲਸ। ਇਕਨੋਮਿਕ ਅਪਰਾਈਜ਼ਲਸ ਮੀਨਸ ਜਿੱਥੇ ਵੀ ਫਾਈਨਾਂਸ ਦੀ ਲੋੜ ਹੋਵੇ, ਮੀਨਸ ਕੰਪਨੀਜ਼ ਦਾ ਸਪੋਰਟ ਕਰਨ ਲਈ ਆਲਵੇਜ਼ ਖੁਦ ਹੀ ਆਣ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਇਦਾਂ ਦੀ ਇਨਵਾਇਰਨਮੈਂਟ ਵੀ ਕੋਸ਼ਿਸ਼ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਗਵਰਨਮੈਂਟ ਅਪਰਾਈਜ਼ਲਸ ਮੀਨਸ ਗਵਰਨਮੈਂਟ ਵੀ ਤੁਹਾਨੂੰ ਖੁਦ ਅਪਰਾਈਜ਼ਲ ਕਰੇ, ਗਵਰਨਮੈਂਟ ਖੁਦ ਸਾਥ ਦੇਵੇ, ਇਦਾਂ ਦੀ ਕੰਪਨੀ ਸਾਡੀ ਕਹਿੰਦਾ ਬਣ ਜਾਵੇ। ਹਰੇਕ ਜਦੋਂ ਵੀ ਕੋਈ ਬਿਜ਼ਨਸ ਸਟਾਰਟ ਹੁੰਦਾ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਇਨਵਾਇਰਨਮੈਂਟ ਨੂੰ ਸਕੈਨ ਕਰਦੇ ਹਾਂ। ਡੈਮੋਗ੍ਰਾਫਿਕ ਹੁੰਦਾ ਵੀ ਸਾਡੀ ਜਿਹੜੀ ਪੋਪੂਲੇਸ਼ਨ ਏਰੀਆ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਵੀ ਉਹ ਵਾਲੇ ਏਰੀਆ ਵਾਲੇ ਲੋਕ ਵੀ ਸਾਨੂੰ ਪਸੰਦ ਕਰਨ। ਵੀ ਸਰ ਇਹ ਨਾ ਹੋਵੇ ਵੀ ਅਸੀਂ ਕਈ ਵੀ ਜਿੱਥੇ ਅਸੀਂ ਸੋਸ਼ਲ ਕਲਚਰ ਦਾ ਦੇਖਣ ਲੱਗ ਜੀ ਗੁੱਡਵਿਲ ਸਾਡੀ ਮਾਰਕੀਟ 'ਚ ਬਣ ਜਾਵੇ, ਲੇਕਿਨ ਜਿਸ ਏਰੀਆ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਉੱਥੇ ਦੇ ਲੋਕ ਕਹਿਣ ਨਹੀਂ ਇੱਥੇ ਚੀਜ਼ ਹੋਣੀ ਚਾਹੀਦੀ ਹੈ ਕਿ ਇਹ ਕੰਪਨੀ ਬਾਹਰ ਹੋਣੀ ਚਾਹੀਦੀ ਹੈ। ਕਈ ਵਾਰ ਇੱਦਾਂ ਨਹੀਂ ਕਿਸੇ ਏਰੀਆ ਦੇ ਵਿੱਚ ਲੱਗੀ, ਉਹ ਏਰੀਆ ਵੀ ਸਾਡੇ ਲਈ ਸੂਟੇਬਲ ਹੋਣਾ ਚਾਹੀਦਾ। ਮੀਨਸ ਉੱਥੇ ਕੋਲ ਸਾਡੇ ਕੋਲ ਇਨਫਰਾਸਟ੍ਰਕਚਰ ਫੈਸਿਲਿਟੀਜ਼ ਪਲੱਸ ਫਾਈਨਾਂਸ ਫੈਸਿਲਿਟੀਜ਼, ਰॉ ਮਟੀਰੀਅਲ ਅਵੇਲੇਬਿਲਿਟੀ ਪ੍ਰੋਪਰ ਤਰੀਕੇ ਨਾਲ, ਜਾਂ ਲੇਬਰ ਅਵੇਲੇਬਿਲਿਟੀ ਪ੍ਰੋਪਰ ਤਰੀਕੇ ਨਾਲ ਸਾਰਾ ਕੁਝ ਹੋਵੇ ਉੱਥੇ, ਤਾਂ ਇਹ ਚੀਜ਼ ਦੀ ਇਨਵਾਇਰਨਮੈਂਟ ਅਸੀਂ ਐਕਸਟਰਨਲ ਚ ਲੈ ਲੈਂਦੇ ਹਾਂ। ਉਸ ਤੋਂ ਬਾਅਦ ਹੈ ਕਿ ਇੰਟਰਨਲ ਇਨਵਾਇਰਨਮੈਂਟ। ਇੰਟਰਨਲ ਇਨਵਾਇਰਨਮੈਂਟ ਵਿੱਚ ਸਭ ਤੋਂ ਪਹਿਲਾਂ ਦੇਖਾਂਗੇ ਰॉ ਮਟੀਰੀਅਲ। ਸਾਡੇ ਕੋਲ ਰॉ ਮਟੀਰੀਅਲ ਦੀ ਅਸੀਂ ਕਿਸ ਤਰ੍ਹਾਂ ਕੇਅਰ ਕਰ ਰਹੇ ਹਾਂ, ਕਿਉਂਕਿ ਉੱਥੇ ਬਹੁਤ ਸਾਰੀ ਕੰਪਨੀ ਜਿਵੇਂ ਇਨਵੈਂਟਰੀਜ਼ ਕਰਦੀਆਂ ਨੇ ਤਾਂ ਉਹ ਪ੍ਰੋਪਰ ਤਰੀਕੇ ਨਾਲ ਮੇਨਟੇਨੈਂਸ ਹੋਣੀ ਚਾਹੀਦੀ ਹੈਗੀ ਹੈ। ਪ੍ਰੋਡਕਸ਼ਨ ਆਪਰੇਸ਼ਨ ਸਾਡੇ ਕੋਲ ਕੰਪਨੀ ਜਿਹੜੀ ਪ੍ਰੋਡਕਸ਼ਨ ਦੇ ਕੰਮ ਚੱਲ ਰਹੇ ਨੇ ਉਹ ਵੀ ਪ੍ਰੋਪਰ ਤਰੀਕੇ ਨਾਲ ਕੰਪਲੀਟ ਹੋਣ। ਮੀਨਸ ਅਸੀਂ ਜੋ ਕੰਮ ਸਟਾਰਟ ਕੀਤਾ ਹੈ ਉਹਨੂੰ ਪਹਿਲਾਂ ਕੰਪਲੀਟ ਕਰ ਲਈਏ ਫਿਰ ਨਵਾਂ ਸਟਾਰਟ ਕਰੀਏ। ਫਾਈਨਾਂਸ, ਫਿਰ ਸਾਡੀ ਕੰਪਨੀ 'ਚ ਫਾਈਨਾਂਸ ਕਿਸ ਤਰ੍ਹਾਂ ਕੈਲਕੂਲੇਟ ਕਰੇ, ਮੀਨਸ ਜਾਂ ਫਿਰ ਅਸੀਂ ਕਹਿੰਦੇ ਫਾਈਨਾਂਸ ਦਾ ਪ੍ਰੋਪਰ ਰਿਕਾਰਡ ਕਿਸ ਤਰ੍ਹਾਂ ਕਰਿਆ ਜਾਏਗਾ, ਕਿਉਂਕਿ ਇਦਾਂ ਨਾ ਹੋਵੇ ਅਸੀਂ ਹਰ ਜਗ੍ਹਾ ਕ੍ਰੈਡਿਟ ਕਰਦੇ ਚਲੇ ਜਾਈਏ, ਅੱਗੇ ਪੇਮੈਂਟ ਦੇਣ ਨੂੰ ਹੋਣੀ ਨਾ। ਟਾਈਮ ਇਦਾਂ ਸੈਟਅਪ ਕੀਤਾ ਹੋਵੇ ਅਗਰ ਕ੍ਰੈਡਿਟ ਜਾ ਵੀ ਰਿਹਾ ਤਾਂ ਟਾਈਮਲੀ ਰਿਸੀਵ ਵੀ ਹੁੰਦਾ ਚਲਾ ਜਾਵੇ। ਹਿਊਮਨ ਰਿਸੋਰਸਿਸ। ਹਿਊਮਨ ਰਿਸੋਰਸਿਸ ਮੀਨ ਸਾਡਾ HR ਡਿਪਾਰਟਮੈਂਟ ਪ੍ਰੋਪਰ ਤਰੀਕੇ ਤੇ ਕੰਮ ਕਰਨ ਵਾਲਾ ਹੋਵੇ। ਅਗਰ ਉਹ ਪ੍ਰੋਪਰ ਕੰਮ ਕਰੇਗਾ ਤਾਂ ਰਿਕਰੂਟਿੰਗ, ਸਟਾਫਿੰਗ, ਟ੍ਰੇਨਿੰਗ ਜੋ ਵੀ EMPLOYEES ਲਈ ਉਹ ਬੈਸਟ ਕਰਦੇ ਚਲੇ ਜਾਣਗੇ ਔਰ ਕੰਪਨੀ ਦੇ ਵਿੱਚ ਕੰਮ ਇਕੁਅਲ ਜੋ ਅਸੀਂ ਲੈ ਕੇ ਸਕਦੇ ਇਨਵਾਇਰਨਮੈਂਟ ਜੋ ਇੱਕੋ ਤਰ੍ਹਾਂ ਦਾ ਬਣਿਆ ਰਹਿੰਦਾ ਹੈਗਾ, ਮਾਹੌਲ ਵਧੀਆ। ਫਿਰ ਹੈਗਾ ਫੀਸੀਬਿਲਿਟੀ ਐਨਾਲਿਸਿਸ। ਫੀਸੀਬਿਲਿਟੀ ਐਨਾਲਿਸਿਸ ਹੁੰਦਾ ਕਿ ਜਦੋਂ ਅਸੀਂ ਸਟੱਡੀ ਕਰਦੇ ਹੈਗੇ ਵੀ ਕੋਈ ਚੀਜ਼ ਸਾਡੇ ਲਈ ਫਾਇਦੇਮੰਦ ਹੈ ਜਾਂ ਨਹੀਂ ਹੈ। ਫੀਸੀਬਿਲਿਟੀ ਐਨਾਲਿਸਿਸ ਵੈਸੇ ਮੋਸਟਲੀ ਕੰਪਨੀ ਦੇ ਵਿੱਚ ਕਿਸੇ ਪ੍ਰੋਜੈਕਟ ਲਈ ਕਰਿਆ ਜਾਂਦਾ ਹੈ। ਜਦੋਂ ਕੋਈ ਪ੍ਰੋਜੈਕਟ ਕੰਪਨੀ 'ਚ ਬਣਦਾ ਹੈਗਾ ਤਾਂ ਅਸੀਂ ਦੇਖਦੇ ਹੈਗੇ ਵੀ ਸਾਡਾ ਪ੍ਰੋਜੈਕਟ ਸਾਡੇ ਲਈ ਕਿੰਨਾ ਫੀਸੀਬਲ ਹੈ ਔਰ ਕਿੰਨਾ ਨਹੀਂ ਹੈਗਾ। ਮੀਨ ਸਾਡੇ ਪ੍ਰੋਜੈਕਟ ਤੋਂ ਸਾਨੂੰ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ। ਬਹੁਤ ਸਾਰੀ ਜਗ੍ਹਾ ਇਦਾਂ ਦੀਆਂ ਵੀ ਆਉਂਦੀਆਂ ਨੇ ਜਿੱਥੇ ਪ੍ਰੋਜੈਕਟ ਸਾਨੂੰ ਕਹਿੰਦਾ ਪ੍ਰੋਫਿਟ ਦੇ ਜ਼ਿਆਦਾ, ਕਈ ਵਾਰ ਲੋਸ ਵੀ ਹੋ ਜਾਂਦਾ ਹੈਗਾ। ਅਗਰ ਅਸੀਂ ਕਹਿੰਦਾ ਪਹਿਲਾਂ ਤੋਂ ਹੀ ਇਸ ਚੀਜ਼ ਨੂੰ ਐਨਾਲਿਸਿਸ ਕਰ ਲਈਏ, ਮੀਨਸ ਪੋਜ਼ਿਟਿਵ ਔਰ ਨੈਗੇਟਿਵ ਪੁਆਇੰਟ ਹਰ ਜਗ੍ਹਾ ਦੇਖ ਲਈਏ, ਤਾਂ ਸਾਨੂੰ ਕਹਿੰਦਾ ਆਪਣਾ ਮਾਰਕੀਟ ਦੇ ਵਿੱਚ ਆਉਣਾ ਫਾਇਦੇਮੰਦ ਹੋ ਸਕਦਾ ਹੈ। ਫੀਸੀਬਿਲਿਟੀ ਐਨਾਲਿਸਿਸ ਦਾ ਸਭ ਤੋਂ ਪਹਿਲਾਂ ਲਿਖਿਆ ਹੁੰਦਾ ਹੈ ਮਾਰਕੀਟ ਐਨਾਲਿਸਿਸ। ਅਸੀਂ ਮਾਰਕੀਟ ਨੂੰ ਐਨਾਲਿਸਿਸ ਕਰਦੇ ਹਾਂ ਵੀ ਮਾਰਕੀਟ ਸਾਡੇ ਪ੍ਰੋਡਕਟ ਲਈ ਕਿੰਨੀ ਕੁ ਡਿਮਾਂਡ ਹੈਗੀ ਹੈ, ਕਿੰਨੇ ਕੁ ਸਾਡੇ ਕੋਲ ਮੀਨਸ ਮਾਰਕੀਟ ਦੀ ਵੈਲਿਊ ਬਣੀ ਹੋਈ ਹੈ, ਸਾਡੀ ਗੁੱਡਵਿਲ ਜਿੰਨੇ ਕੁ ਸਾਡੇ ਮੀਨਸ ਫਾਈਨਾਂਸ ਦੀ ਲੋੜ ਪਵੇ, ਪਲੱਸ ਇਹ ਫਾਈਨਾਂਸ ਇਕੱਠਾ ਕਰ ਲਈ। ਮੀਨਸ ਸ਼ੇਅਰ ਹੋਲਡਰ ਤਾਂ ਹੀ ਆਉਂਦੇ ਨੇ ਅਗਰ ਮਾਰਕੀਟ ਦੇ ਵਿੱਚ ਤੁਹਾਡੇ ਪ੍ਰੋਡਕਟ ਦੀ ਡਿਮਾਂਡ ਹੋਊਗੀ, ਮਾਰਕੀਟ ਦੇ ਵਿੱਚ ਤੁਹਾਡੀ ਕੰਪਨੀ ਦਾ ਨਾਮ ਚੱਲਦਾ ਹੋਊਗਾ, ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਮਾਰਕੀਟ ਐਨਾਲਿਸਿਸ। ਮਾਰਕੀਟ ਐਨਾਲਿਸਿਸ ਫਿਰ ਅਸੀਂ ਕਹਿੰਦਾ ਇਹ ਦੇਖਦੇ ਹੈਗੇ ਵੀ ਸਾਡੇ ਲਈ ਸਾਡੇ ਕਸਟਮਰ ਕਿਹੜੇ ਹੈਗੇ ਨੇ, ਕਿਸ ਏਜ ਦੇ, ਯੰਗ ਜਨਰੇਸ਼ਨ ਹੈ, ਚਾਈਲਡ ਜਨਰੇਸ਼ਨ ਹੈ ਜਾਂ ਫਿਰ 올ਡ ਏਜ ਜਨਰੇਸ਼ਨ ਸਾਡੇ ਕਸਟਮਰ ਨੇ, ਫਿਊਚਰ ਸਾਡੇ ਪ੍ਰੋਡਕਟ ਦੀ ਕਿੰਨੀ ਡਿਮਾਂਡ ਹੋਏਗੀ। ਅਸੀਂ ਕਹਿੰਦਾ ਜੋਗ੍ਰਾਫਿਕ ਏਰੀਆ 'ਚ ਕਿੰਨੇ ਡਿਵਾਈਡ ਹੋ ਸਕਦੇ ਹਾਂ। ਕਈ ਵਾਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇੱਕ ਏਰੀਆ ਦੇ ਵਿੱਚ ਮੈਂ ਕੰਮ ਕਰਦਾ ਚੱਲ ਜਾਊਂਗਾ ਕਿ ਮੇਰਾ ਕੰਮ ਅਗਲੀ ਮਾਰਕੀਟ 'ਚ ਵੀ ਹੋਏਗਾ ਜਾਂ ਨਹੀਂ ਹੋਏਗਾ। ਸਾਡੇ ਗੁੱਡਸ ਲਈ ਕੰਜ਼ਿਊਮਰ ਕਿੰਨਾ ਕੁ ਪੇ ਕਰਨ ਲਈ ਰੈਡੀ ਹੈਗੇ ਨੇ,
ਅਸੀਂ ਆਪਣੇ ਗੁੱਡਸ ਦੇ ਵਿੱਚ ਕਿੰਨੇ ਕੁ ਮਿਕਸ ਲੈ ਕੇ ਆ ਸਕਦੇ ਹਾਂ। ਮਿਕਸ ਮਤਲਬ ਕਿ ਅਸੀਂ ਜ਼ਰੂਰੀ ਨਹੀਂ ਵੀ ਇੱਕ ਪ੍ਰੋਡਕਟ 'ਤੇ ਕੰਮ ਕਰੀਏ, ਹੋਰ ਉਸ ਦੇ ਨਾਲ ਦੇ ਪ੍ਰੋਡਕਟ ਲੈ ਕੇ ਤਾਂ ਕਿ ਮੀਨਸ ਅਲੱਗ-ਅਲੱਗ ਕੁਆਲਿਟੀ ਦਾ ਇੱਕੋ ਹੀ ਪ੍ਰੋਡਕਟ। ਐਗਜ਼ਾਮਪਲ ਤੁਸੀਂ ਲਓ ਜਿਵੇਂ ਮੈਗੀ ਕਾਫੀ ਪ੍ਰਕਾਰ ਦੀ ਆਉਂਦੀ ਜਿਵੇਂ, ਜਾਂ ਕੋਈ ਹੋਰ ਕਾਫੀ ਚੀਜ਼ਾਂ ਆਉਂਦੀਆਂ ਨੇ, ਉਹ ਅਲੱਗ-ਅਲੱਗ ਟੇਸਟ ਜਿਵੇਂ ਬਣਾ ਦਿੰਦੇ ਨੇ ਉਹਦੇ ਵਿੱਚ। ਅਸੀਂ ਕਹਿੰਦੇ ਵੀ ਇੱਕੋ ਚੀਜ਼ ਦੀ ਕਾਫੀ ਟੇਸਟ, ਉਹ ਕਹਿੰਦੇ ਨੇ ਅਸੀਂ ਮਿਕਸ ਵੈਰਾਈਟੀ ਦੇ ਨਾਲ ਆਈਏ। ਫਿਰ ਅਸੀਂ ਇਹ ਵੀ ਦੇਖਦੇ ਹਾਂ ਵੀ ਜਿੰਨਾ ਅਸੀਂ ਮਿਕਸ ਲੈ ਕੇ ਆਵਾਂਗੇ ਕਿ ਕੰਜ਼ਿਊਮਰ ਉਸ ਚੀਜ਼ ਨੂੰ ਐਕਸੈਪਟ ਕਰਨਗੇ ਜਾਂ ਨਹੀਂ ਕਰਨਗੇ। ਇਹ ਸਾਰੀ ਚੀਜ਼ ਹੁੰਦੀ ਤੁਹਾਡੀ ਮਾਰਕੀਟ ਐਨਾਲਿਸਿਸ। ਫੀਸੀਬਿਲਿਟੀ ਐਨਾਲਿਸਿਸ ਦੇ ਵਿੱਚ ਇਹ ਚੀਜ਼ ਮਾਰਕੀਟ ਜ਼ਰੂਰ ਚੈੱਕ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਟੈਕਨੀਕਲ ਜਾਂ ਫਿਰ ਆਪਰੇਸ਼ਨਲ ਐਨਾਲਿਸਿਸ। ਟੈਕਨੀਕਲ ਜਾਂ ਆਪਰੇਸ਼ਨਲ ਐਨਾਲਿਸਿਸ ਕਰਨਾ ਸਾਡੇ ਕੰਪਨੀ ਦੇ ਕੰਮ ਜਿਹੜਾ ਹੋ ਰਿਹਾ ਉਹਨੂੰ ਚੈੱਕ ਕਰਨ ਲਿਖ ਜਾਵਾਂਗੇ। ਸਭ ਤੋਂ ਪਹਿਲਾਂ ਕੁਐਸਚਨ ਸਾਡੇ ਦਿਮਾਗ 'ਚ ਜਿਹੜੇ ਆਣਗੇ, ਪਹਿਲਾਂ ਅਸੀਂ ਦੇਖਾਂਗੇ ਵੀ ਸਾਡੇ ਕੋਲ ਜਿਹੜੇ ਇਕਵਿਪਮੈਂਟਸ ਹੈਗੇ ਨੇ ਉਹ ਸਾਡੇ ਬਿਜ਼ਨਸ ਦੇ ਲੋਡ ਹੈਗੇ ਨੇ ਕਿ ਨਹੀਂ ਹੈਗੇ। ਮੀਨ ਸਾਡੇ ਕੋਲ ਜੋ ਮਸ਼ੀਨਸ ਜਾਂ ਫਿਰ ਰੋ ਮਟੀਰੀਅਲ ਜਾਂ ਫਿਰ ਲੇਬਰ ਸਾਡੇ ਫਾਇਦੇ ਲਈ ਹੈ ਜਾਂ ਨਹੀਂ ਹੈ। ਸੈਕੰਡ ਪੁਆਇੰਟ, ਸਾਡੇ ਬਿਜ਼ਨਸ ਦੇ ਵਿੱਚ ਟੈਕਨੋਲੋਜੀ ਦਾ ਕੀ ਇਫੈਕਟ ਪਊਗਾ, ਅਸੀਂ ਉਹ ਚੀਜ਼ ਵੀ ਹਮੇਸ਼ਾ ਦੇਖਾਂਗੇ। ਉਸ ਤੋਂ ਬਾਅਦ ਟੈਕਨੋਲੋਜੀ ਇਕਵਿਪਮੈਂਟ ਸਾਡੇ ਕੋਲ ਹੈ ਜਾਂ ਨਹੀਂ ਹੈ, ਕਿਉਂਕਿ ਟੈਕਨੋਲੋਜੀ ਅਡੋਪਟ ਕਰ ਲੈਣਾ ਪਲੱਸ ਟੈਕਨੋਲੋਜੀ ਵਾਲੇ ਇਕਵਿਪਮੈਂਟ ਵੀ ਹੋਣੇ ਚਾਹੀਦੇ ਨੇ। ਤੁਸੀਂ ਕਹੋ ਵੀ ਮੈਂ ਇੱਕ ਗੁੱਡਸ ਬਣਾਉਣੀਆਂ ਨੇ, ਉਹਦੇ ਲਈ ਤੁਹਾਡੇ ਕੋਲ ਟੈਕਨੋਲੋਜੀ ਵਾਲੀ ਜਿਵੇਂ ਐਗਜ਼ਾਮਪਲ ਕਹੀ ਮਸ਼ੀਨਸ ਹੋਣੀਆਂ ਚਾਹੀਦੀਆਂ ਕਿ ਤੁਸੀਂ ਉਹ ਪਰਸਨਸ ਕੰਮ ਤਾਂ ਕਰਵਾ ਨਹੀਂ ਸਕਦੇ, ਉੱਦਾਂ ਉਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਫਿਰ ਅਸੀਂ ਇਹ ਵੀ ਦੇਖਾਂਗੇ ਵੀ ਜਿਹੜਾ ਅਸੀਂ ਰੋ ਮਟੀਰੀਅਲ ਹੈ ਉਹ ਕਿੱਥੋਂ ਆਬਟੇਨ ਕਰਾਂਗੇ, ਪਲੱਸ ਜਿਹੜੇ ਇਕਵਿਪਮੈਂਟਸ ਨੇ ਉਹ ਸਾਨੂੰ ਕਿੱਥੋਂ ਮਿਲਣਗੇ। ਟੈਕਨੋਲੋਜੀ ਦੇ ਵਿੱਚ ਹਮੇਸ਼ਾ ਮਟੀਰੀਅਲ ਸਭ ਤੋਂ ਜ਼ਿਆਦਾ ਹੁੰਦਾ ਹੈ। ਮਟੀਰੀਅਲ ਸਾਨੂੰ ਕਿੱਥੋਂ ਮਿਲੇਗਾ, ਟਾਈਮਲੀ ਡਿਲੀਵਰ ਹੋਏ ਮੀਨ ਸਾਨੂੰ ਰਿਸੀਵ ਹੋਊਗਾ ਜਾਂ ਨਹੀਂ ਹੋਊਗਾ, ਸਾਡੇ ਸਪਲਾਇਰਸ ਕੀ ਹੋਣਗੇ, ਸਾਨੂੰ ਇਕੱਠਾ ਲੈਣ ਦੇ ਵਿੱਚ ਫਾਇਦਾ ਹੈ ਜਾਂ ਘੱਟ ਲੈਣ ਦੇ ਵਿੱਚ ਫਾਇਦਾ ਹੈ। ਉਸ ਤੋਂ ਬਾਅਦ ਅਸੀਂ ਕਿਸ ਪ੍ਰਕਾਰ ਦੀ ਟੈਕਨੋਲੋਜੀ ਯੂਜ਼ ਕਰਾਂਗੇ। ਟੈਕਨੋਲੋਜੀ ਸਾਨੂੰ ਦੇਖਣਾ ਪਊਗਾ ਸਾਡਾ ਪਲਾਂਟ ਦਾ ਸਾਈਜ਼, ਪਲਾਂਟ ਦੀ ਲੋਕੇਸ਼ਨਸ ਜਾਂ ਫਿਰ ਪਰਸਨਸ ਕਿਸ ਤਰ੍ਹਾਂ ਕੰਮ ਕਰਨਾ ਨੇ, ਕਿੰਨੀ ਕੁ ਅਮਾਊਂਟ ਸਾਨੂੰ ਇਨਵੈਸਟਮੈਂਟ ਕਰਨੀ ਪੈਣੀ ਹੈਗੀ ਹੈ। ਸਾਡੀ ਪਲਾਂਟ ਦੀ ਲੋਕੇਸ਼ਨਸ ਕਿੱਥੇ ਹੋਏਗੀ ਜਿੱਥੇ ਈਜ਼ੀਲੀ ਬਿਜ਼ਨਸ ਰੋ ਮਟੀਰੀਅਲ ਇਨਫਰਾਸਟ੍ਰਕਚਰ ਫੈਸਿਲਿਟੀਜ਼ ਵਗੈਰਾ ਅਵੇਲੇਬਲ ਹੋਣ, ਪਲੱਸ ਸਾਡੇ ਕੋਲ ਮਸ਼ੀਨਸ ਐਂਡ ਇਕਵਿਪਮੈਂਟਸ ਕਿਸ ਪ੍ਰਕਾਰ ਦੇ ਚਾਹੀਦੇ ਨੇ। ਇਹ ਸਾਰੀ ਚੀਜ਼ਾਂ ਦੇਖੀਆਂ ਜਾਂਦੀਆਂ ਤੁਹਾਡੀਆਂ ਆਪਰੇਸ਼ਨਲ ਐਨਾਲਿਸਿਸ ਦੇ ਵਿੱਚ। ਫਿਰ ਉਸ ਤੋਂ ਬਾਅਦ ਆਉਂਦਾ ਹੈਗਾ ਤੁਹਾਡਾ ਫਾਈਨੈਂਸ਼ੀਅਲ ਫੀਸੀਬਿਲਿਟੀ। ਫਾਈਨੈਂਸ਼ੀਅਲ ਫੀਸੀਬਿਲਿਟੀ ਦੇ ਵਿੱਚ ਫਾਈਨੈਂਸ਼ੀਅਲ ਐਨਾਲਿਸਿਸ ਕਹਿ ਸਕਦੇ ਹਾਂ। ਫਿਰ ਅਸੀਂ ਦੇਖਾਂਗੇ ਸਾਡੇ ਕੋਲ ਫਾਈਨਾਂਸ ਕਿੱਦਾਂ ਦਾ ਹੈਗਾ। ਅਸੀਂ ਦੇਖਾਂਗੇ ਸਾਡੇ ਕੋਲ ਆਪਣੀ ਬਿਲਡਿੰਗ ਦੀ ਕੋਸਟ ਕਿੰਨੀ ਹੈਗੀ ਜਿੱਥੇ ਅਸੀਂ ਆਪਣਾ ਬਿਜ਼ਨਸ ਸੈਟਅਪ ਕੀਤਾ ਹੋਇਆ ਹੈ, ਸਾਡੇ ਕੋਲ ਕਿੰਨੀ ਕੁ ਮਸ਼ੀਨਰੀ ਹੈਗੀ ਹੈ, ਕਿਉਂਕਿ ਮਸ਼ੀਨਰੀ ਤੋਂ ਬਿਨਾਂ ਕੋਈ ਬਿਜ਼ਨਸ ਚੱਲਣ ਵਾਲਾ ਨਹੀਂ ਹੈਗੀ, ਉਹਦੀ ਕਿੰਨੀ ਕੋਸਟ ਪੈਣੀ ਹੈਗੀ ਹੈ, ਪਲੱਸ ਸਾਡੀ ਕੋਸਟ ਆਫ ਪ੍ਰੋਡਕਸ਼ਨਸ ਕਿੰਨੀ ਹੋਏਗੀ, ਪਲੱਸ ਸਾਡੇ ਮੀਨਸ ਅਸੀਂ ਕਹਿ ਸਕਦੇ ਹਾਂ ਓਵਰਹੈਡ ਜਿਵੇਂ ਅਸੀਂ ਕਹਿੰਦੇ ਹੈਗੇ ਆ, ਵੇਅਰ ਹਾਊਸਿਸ ਹੋ ਗਏ, ਸਟੋਰ ਹੋ ਗਏ, ਉਹਦੇ ਕਿੰਨੇ ਖਰਚੇ ਹੋਣਗੇ, ਸਾਡੇ ਕੋਲ ਸੇਲਸ ਕਰਨ ਦੇ ਵਿੱਚ, ਪ੍ਰੋਡਕਸ਼ਨ ਕਰਨ ਦੇ ਜਾਂ ਫਿਰ ਰॉ ਮਟੀਰੀਅਲ ਫਿਨਿਸ਼ ਗੁੱਡ ਡਿਲੀਵਰ ਕਰਨ ਦੇ ਸਾਡਾ ਕਿੰਨਾ ਖਰਚਾ ਆਏਗਾ। ਇਹ ਸਾਰੀ ਚੀਜ਼ਾਂ ਅਸੀਂ ਮੇਜ਼ਰ ਕਰਦੇ ਹੈਗੇ ਆ ਫਾਈਨਾਂਸ ਫੀਸੀਬਿਲਿਟੀ। ਜਿਵੇਂ ਲਿਖਿਆ ਵੀ ਕੋਸਟ ਆਫ ਪ੍ਰੋਡਕਸ਼ਨਸ, ਸੇਲ ਐਕਸਪੈਂਸਿਵ, ਐਡਮਿਨਿਸਟ੍ਰੇਟਿਵ ਐਕਸਪੈਂਸਿਵਸ ਜਾਂ ਫਿਰ ਐਕਸਪੈਕਟਿਡ ਸੇਲ। ਅਸੀਂ ਇਹ ਚੀਜ਼ਾਂ ਨੂੰ ਹਮੇਸ਼ਾ ਮੰਨ ਕੇ ਚੱਲਦੇ ਹਾਂ ਕਿਉਂਕਿ ਜਦ ਤੱਕ ਅਸੀਂ ਇਹ ਚੀਜ਼ਾਂ ਨਹੀਂ ਦੇਖਾਂਗੇ ਤਾਂ ਸਾਡੀ ਕੰਪਨੀ ਅੱਗੇ ਕਦੇ ਨਹੀਂ ਚੱਲਣੀ। ਜਦੋਂ ਵੀ ਕਹਿੰਦਾ ਫਾਈਨੈਂਸ ਫੀਸੀਬਿਲਿਟੀ ਦੇਖਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਦੇਖਦੇ ਹੈਗੇ ਕਿ ਸਾਡੀ ਕੰਪਨੀ ਦੇ ਵਿੱਚ ਬ੍ਰੇਕ ਈਵਨ ਪੁਆਇੰਟ ਕਿੱਥੇ ਹੋਏਗਾ, ਕਿਉਂਕਿ ਹਰੇਕ ਕੰਪਨੀ ਆਪਣਾ ਬ੍ਰੇਕ ਈਵਨ ਪੁਆਇੰਟ ਦੇ ਕੇ ਚੱਲਦੀ ਹੈ। ਬ੍ਰੇਕ ਈਵਨ ਪੁਆਇੰਟ ਕੀ ਹੁੰਦਾ ਹੈ, ਜਿੱਥੇ ਨੋ ਪ੍ਰੋਫਿਟ ਨੋ ਲੋਸ, ਕੰਪਨੀ ਜਿੰਨਾ ਪੈਸਾ ਲਗਾਇਆ ਹੁੰਦਾ ਉਹਨਾਂ ਰਿਕਵਰ ਹੁੰਦਾ ਪਿਆ ਹੁੰਦਾ। ਇਹ ਪੁਆਇੰਟ ਹਮੇਸ਼ਾ ਕੰਪਨੀ ਮੇਜ਼ਰ ਕੇ ਚੱਲਦੇ ਨੇ। ਹਮੇਸ਼ਾ ਕੰਪਨੀ ਸੋਚਦੀ ਹੈ ਵੀ ਸਾਨੂੰ ਅਗਰ ਮਾਰਕੀਟ 'ਚ ਲੋੜ ਪਈ, ਕਈ ਵਾਰ ਕੰਪੀਟੀਸ਼ਨ ਲੈਵਲ 'ਚ ਕੋਈ ਇੱਦਾਂ ਦੀ ਕੰਪਨੀ ਆ ਗਈ ਸਾਨੂੰ ਪ੍ਰੋਪਰ ਕੰਪੀਟੀਸ਼ਨ ਕਰ ਰਹੀ ਹੈ ਕੋਸਟ ਦੇ ਵਿੱਚ, ਤਾਂ ਆਪਣੀ ਕੋਸਟ ਅਸੀਂ ਉਨੀ ਕੁ ਘਟਾ ਲਈ ਜਿੱਥੇ ਸਾਨੂੰ ਬ੍ਰੇਕ ਈਵਨ ਪੁਆਇੰਟ ਤੱਕ ਚਲੇ ਜਾਈਏ, ਲੇਕਿਨ ਇਸ ਤੋਂ ਡਾਊਨ ਕਦੀ ਵੀ ਨਾ ਜਾਈਏ। ਅਗਰ ਇਸ ਤੋਂ ਡਾਊਨ ਜਾਂਦੇ ਤਾਂ ਹਮੇਸ਼ਾ ਸਾਨੂੰ ਲੋਸ ਹੋਣਾ ਸਟਾਰਟ ਹੋ ਜਾਂਦਾ ਹੈ। ਫਾਈਨਾਂਸ ਫੀਸੀਬਿਲਿਟੀ ਦੇ ਵਿੱਚ ਅਸੀਂ ਵੀ ਦੇਖਾਂਗੇ ਸਾਡੇ ਕੋਲ ਕੈਸ਼ ਫਲੋ, ਇਨਫਲੋ ਔਰ ਆਊਟਫਲੋ ਕਿੰਨਾ ਹੈਗਾ, ਪਲੱਸ ਸਾਡੇ ਕੋਲ ਇਨਕਮ ਸਟੇਟਮੈਂਟਸ ਕਿੱਦਾਂ ਦੀ ਬਣੀਆਂ ਹੋਈਆਂ। ਬ੍ਰੇਕ ਈਵਨ ਪੁਆਇੰਟ ਦੀ ਗੱਲ ਆਪਾਂ ਪਹਿਲਾਂ ਹੀ ਕਰ ਲਈ। ਫਿਰ ਅਸੀਂ ਹਰੇਕ ਪ੍ਰੋਜੈਕਟ ਦੀ ਆਪਣੀ ਰੇਸ਼ੀਓ ਬਣਾ ਕੇ ਚੱਲਾਂਗੇ, ਪਲੱਸ ਸਾਡੀ ਕੰਪਨੀ ਦੇ ਵਿੱਚ ਬੈਲੈਂਸ ਸ਼ੀਟ ਵੀ ਰੈਡੀ ਹੋਣੀ ਚਾਹੀਦੀ ਹੈ ਜਿੱਥੇ ਸਾਨੂੰ ਪਤਾ ਲੱਗੇ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈਗੀ ਹੈ। ਫਿਰ ਸਾਡੇ ਕੋਲ ਆਉਂਦਾ ਹੈ ਪ੍ਰੋਜੈਕਟ ਰਿਪੋਰਟ ਪ੍ਰੀਪਰੇਸ਼ਨ। ਪ੍ਰੋਜੈਕਟ ਰਿਪੋਰਟ ਮਤਲਬ ਕਿ ਜਦੋਂ ਤੁਸੀਂ ਕੋਈ ਪ੍ਰੋਜੈਕਟ ਰੈਡੀ ਕਰ ਰਹੇ ਹੋ ਉਹਦੀ ਰਿਪੋਰਟ ਕਿਸ ਤਰ੍ਹਾਂ ਰੈਡੀ ਕਰੋਗੇ, ਉਹਦੇ ਲਈ ਸਾਡੇ ਕੋਲ ਐਸੈਂਸ਼ੀਅਲ ਕੀ ਚੀਜ਼ਾਂ ਹੋਣੀ ਚਾਹੀਦੀਆਂ। ਸਭ ਤੋਂ ਪਹਿਲਾਂ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਸੀਕੁਐਂਸ਼ਲੀ ਬੇਸ ਤੇ ਬਣੀ ਚਾਹੀਦੀ ਹੈ। ਮੀਨਸ ਇੱਕ ਸੀਕੁਐਂਸਰ ਪ੍ਰੋਪਰ ਮੀਨਸ ਸਟਾਰਟਿੰਗ ਤੋਂ ਲੈ ਕੇ ਐਂਡ ਪੁਆਇੰਟ ਤੱਕ ਤੁਹਾਡਾ ਕੰਪਲੀਟ ਹੋਣਾ ਚਾਹੀਦਾ ਹੈਗਾ। ਪ੍ਰੋਜੈਕਟ ਰਿਪੋਰਟ ਦੇ ਵਿੱਚ ਕਹਿੰਦਾ ਹਰੇਕ ਚੀਜ਼ ਨੂੰ ਕਹਿੰਦਾ ਡਿਟੇਲ ਦੇ ਵਿੱਚ ਕਵਰ ਹੋਣਾ ਜ਼ਰੂਰੀ। ਜਿਵੇਂ ਲਿਖਿਆ ਹੈਗਾ ਵੀ ਇੱਕ ਐਗਜ਼ੌਸਟਿਵ ਦਾ ਮਤਲਬ ਹੁੰਦਾ ਕਿ ਤੁਸੀਂ ਡਿਟੇਲ ਦੇ ਵਿੱਚ ਕਵਰ ਕਰੋ ਜੋ ਪੁਆਇੰਟਸ ਤੁਹਾਡੇ ਹੈਗੇ ਨੇ। ਉਸ ਤੋਂ ਬਾਅਦ ਪ੍ਰੋਜੈਕਟ ਰਿਪੋਰਟ ਕਹਿੰਦਾ ਜ਼ਿਆਦਾ ਲੈਂਥੀ ਵੀ ਨਹੀਂ ਹੋਣੀ ਚਾਹੀਦੀ, ਸਬਜੈਕਟਿਵ ਬੇਸ ਤੇ ਹੋਣੀ ਚਾਹੀਦੀ ਹੈ। ਜਿਸ ਚੀਜ਼ ਬਾਰੇ ਗੱਲ ਹੋ ਰਹੀ ਹੈ ਸਿਰਫ ਉਹੀ ਪੁਆਇੰਟ ਉਹਦੇ ਵਿੱਚ ਹੋਣੇ, ਨਾ ਹੋਵੇ ਉਸ ਤੋਂ ਇਲਾਵਾ ਕੁਝ ਵੀ ਬਹੁਤ ਕੁਝ ਲਿਖਿਆ ਹੋਵੇ। ਪ੍ਰੋਜੈਕਟ ਰਿਪੋਰਟ ਦੇ ਵਿੱਚ ਕਹਿੰਦਾ ਲੌਜੀਕਲੀ ਪਲੱਸ ਆਬਜੈਕਟਿਵਲੀ ਬੇਸ ਤੇ ਤੁਸੀਂ ਪ੍ਰੋਜੈਕਸ਼ਨਸ ਕਰਨੀ ਚਾਹੀਦੀਆਂ। ਮੀਨਸ ਤੁਹਾਡੇ ਕੋਲ ਕੋਈ ਵੀ ਤੁਸੀਂ ਪੁਆਇੰਟਸ ਲਿਖੇ ਨੇ ਉਹਦੀ ਪ੍ਰੋਪਰ ਤਰੀਕੇ ਨਾਲ ਕੈਲਕੂਲੇਸ਼ਨ ਹੋਣੀ ਚਾਹੀਦੀ ਹੈ। ਤੁਹਾਨੂੰ ਇਹਦੇ ਬਾਰੇ ਪ੍ਰੋਪਰ ਪਤਾ ਹੋਣਾ ਚਾਹੀਦਾ ਵੀ ਉਸ ਨੂੰ ਕਰਨ ਦਾ ਫਾਇਦਾ ਕੀ ਹੈ ਔਰ ਸਾਨੂੰ ਕੁਝ ਨਾ ਕਰਨ ਦਾ ਨੁਕਸਾਨ ਨੇ। ਪ੍ਰੋਜੈਕਟ ਰਿਪੋਰਟਸ ਕਹਿੰਦਾ ਹਮੇਸ਼ਾ ਮੋਸਟਲੀ ਜਿਹੜੀਆਂ 2 ਜਾਂ 10 ਸਾਲ ਤੱਕ ਦੇ ਹੀ ਹੁੰਦੇ ਹੈਗੇ ਨੇ। ਇਸ ਤੋਂ ਜ਼ਿਆਦਾ ਟਾਈਮ ਲਈ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਆਪਣਾ ਪ੍ਰੋਜੈਕਟ ਬਹੁਤ ਲੰਬੇ ਸਮੇਂ ਲਈ ਲੈ ਲਓ ਵੀ ਇਸ ਨੂੰ ਕੰਪਲੀਟ ਕਰਨ ਨੂੰ ਸਾਨੂੰ 20-25 ਸਾਲ ਲੱਗ ਜਾਣਗੇ। ਇੱਦਾਂ ਦਾ ਪ੍ਰੋਜੈਕਟ ਕੋਈ ਨਾ ਹੋਵੇ।
ਪ੍ਰੋਜੈਕਟ ਰਿਪੋਰਟ ਦੇ ਵਿੱਚ ਫਾਈਨੈਂਸ਼ੀਅਲ ਨੀਡਸ, ਫਾਈਨੈਂਸ਼ੀਅਲ ਪ੍ਰੋਜੈਕਸ਼ਨਸ ਬਾਰੇ ਕੰਪਲੀਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਮਾਰਕੀਟ ਦੇ ਵਿੱਚ ਤੁਹਾਡੇ ਪ੍ਰੋਸਪੈਕਟਸ ਕੀ ਨੇ ਜਾਂ ਫਿਰ ਤੁਹਾਡੀ ਡਿਮਾਂਡ ਕੀ ਹੈ ਉਹਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਤੁਹਾਡੀਆਂ ਫਾਈਨੈਂਸ਼ੀਅਲ ਏਜੰਸੀਜ਼ ਜਾਂ ਫਿਰ ਇਨਵੈਸਟਰਸ ਕਿਹੜੇ ਨੇ ਉਹ ਵੀ ਤੁਹਾਨੂੰ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਹੈਗਾ ਨੇ। ਪ੍ਰੋਜੈਕਟ ਰਿਪੋਰਟ ਦੇ ਵਿੱਚ ਹਮੇਸ਼ਾ ਕਹਿੰਦਾ ਹਾਈ ਐਸਥੈਟਿਕ ਵੈਲਿਊ ਹੋਣੀ ਚਾਹੀਦੀ ਹੈ। ਮੀਨਸ ਤੁਹਾਡੀ ਉਹਦੇ ਵਿੱਚ ਵੈਲਿਊ ਜੋ ਹੈ ਪ੍ਰੋਜੈਕਟ ਦੀ ਉਹ ਜ਼ਿਆਦਾ ਨਿਕਲ ਕੇ ਆਉਣੀ ਚਾਹੀਦੀ ਹੈਗੀ ਹੈ। ਜਦੋਂ ਵੀ ਪ੍ਰੋਜੈਕਟ ਰਿਪੋਰਟ ਬਣਾਉਂਗੇ ਉਹਦੇ ਕੁਝ ਸਟੈਪਸ ਨੇ। ਸਭ ਤੋਂ ਪਹਿਲਾਂ ਕਹਿੰਦਾ ਪ੍ਰੋਜੈਕਟ ਰਿਪੋਰਟ ਦੇ ਵਿੱਚ ਕਵਰ ਸ਼ੀਟ ਹੋਣੀ ਚਾਹੀਦੀ ਹੈ। ਕਵਰ ਸ਼ੀਟਸ ਮੀਨਸ ਮੇਨ ਪੇਜ ਹੋਣਾ ਚਾਹੀਦਾ ਹੈਗਾ ਜਿੱਥੇ ਇਨਫੋਰਮੇਸ਼ਨ ਲਿਖੀ ਹੋਊਗੀ ਕਿਹਨੇ ਬਣਾਈ ਹੈਗੀ ਹੈ ਪਲੱਸ ਕਿਸ ਚੀਜ਼ ਲਈ ਇਹ ਪ੍ਰੋਜੈਕਟ ਬਣਿਆ ਹੈਗਾ। ਉਸ ਤੋਂ ਬਾਅਦ ਟੇਬਲ ਆਫ ਕੰਟੈਂਟ। ਟੇਬਲ ਆਫ ਕੰਟੈਂਟ ਹੁੰਦਾ ਵੀ ਜਿਹੜੇ ਤੁਸੀਂ ਹੈਡਿੰਗ ਜਾਂ ਫਿਰ ਟੌਪਿਕ ਪ੍ਰੋਜੈਕਟ ਸ਼ੀਟ ਦੇ ਵਿੱਚ ਬਣਾਏ ਨੇ ਉਹ ਲਿਖੇ ਹੋਣੇ ਚਾਹੀਦੇ ਨੇ। ਉਹ ਕਿੰਨੇ ਪੇਜ ਨੰਬਰ ਤੇ ਆ ਰਹੇ ਨੇ ਤੁਹਾਡੀ ਜਿਵੇਂ ਬੁੱਕ ਬਣੀ ਹੋਊਗੀ ਉਹਦੇ ਵਿੱਚ। ਫਿਰ ਹੈ ਐਗਜ਼ੀਕਿਊਟਿਵ ਸਮਰੀ। ਹਰੇਕ ਟੌਪਿਕ ਦੀ ਕਹਿੰਦਾ ਸਮਰੀ ਤੁਹਾਡੀ ਬਣੀ ਹੋਣੀ ਚਾਹੀਦੀ ਹੈ। ਜਿਵੇਂ ਅਸੀਂ ਆਪਣੀ ਬੁੱਕ ਦੇ ਵਿੱਚ ਟੌਪਿਕ ਪੜ੍ਹਦੇ ਹਾਂ, ਜਿਵੇਂ ਅਸੀਂ ਕਹਿੰਦੇ ਉਹਦੀ ਸਮਰੀ ਹਰੇਕ ਟੌਪਿਕ ਤੇ ਹੋਣੀ ਚਾਹੀਦੀ ਹੈ ਵੀ ਇੱਕ ਟੌਪਿਕ ਸਟਾਰਟ ਹੋਇਆ ਉਹਦੇ ਵਿੱਚ ਕੀ ਪੁਆਇੰਟਸ ਨੇ ਉਹ ਕੰਪਲੀਟ ਹੋਣੇ ਚਾਹੀਦੇ ਨੇ। ਫਿਰ ਉਸ ਤੋਂ ਬਾਅਦ ਕਹਿੰਦਾ ਤੁਹਾਡਾ ਬਿਜ਼ਨਸ। ਮੇਨ ਤੁਹਾਡਾ ਬਿਜ਼ਨਸ ਕੀ ਹੈਗਾ ਉਹ ਬਿਜ਼ਨਸ ਦਾ ਪਲਾਨ ਪ੍ਰੋਪਰ ਲਿਖਣਾ ਹੋਊਗਾ। ਫਿਰ ਹੈ ਬਿਜ਼ਨਸ ਦੀ ਰਿਕੁਆਇਰਮੈਂਟ ਜਾਂ ਫਿਰ ਫੰਡਿੰਗ ਰਿਕੁਆਇਰਮੈਂਟ, ਕਿੰਨੇ ਪੈਸੇ ਦੀ ਲੋੜ ਹੈਗੀ ਹੈ, ਅਸੀਂ ਕਿਸ ਤਰ੍ਹਾਂ ਪੈਸਾ ਰੇਜ਼ ਕਰਾਂਗੇ। ਸਾਡੇ ਲਈ ਪ੍ਰੋਡਕਟ ਔਰ ਸਰਵਿਸਿਜ਼, ਅਸੀਂ ਬਿਜ਼ਨਸ ਕਿਸ ਤਰ੍ਹਾਂ ਕਰ ਦਾਂਗੇ, ਪ੍ਰੋਡਕਟਸ ਜਨਰੇਟ ਕਰਾਂਗੇ ਜਾਂ ਫਿਰ ਸਰਵਿਸ ਪ੍ਰੋਵਾਈਡ ਕਰਾਂਗੇ, ਇਹਦੀ ਵੀ ਪ੍ਰੋਪਰ ਇਨਫੋਰਮੇਸ਼ਨ ਤੁਸੀਂ ਉਹਦੇ ਵਿੱਚ ਦਵੋਗੇ। ਫਿਰ ਤੁਸੀਂ ਉਹਦੇ ਵਿੱਚ ਪਲਾਨ ਲਿਖੋਗੇ। ਮੀਨਸ ਤੁਹਾਡਾ ਮਾਰਕੀਟ ਪਲਾਨ ਕੀ ਹੈ, ਆਪਰੇਸ਼ਨਲ ਪਲਾਨ ਕੀ ਹੈਗਾ, ਆਰਗੇਨਾਈਜੇਸ਼ਨ ਪਲਾਨ ਕੀ ਹੈ ਪਲੱਸ ਫਾਈਨੈਂਸ਼ੀਅਲ ਪਲਾਨ। ਮਾਰਕੀਟ ਦੇ ਵਿੱਚ ਦਿਖਾਉਂਗੇ ਸਾਡੀ ਮਾਰਕੀਟ ਕਿੱਥੇ ਤੱਕ ਹੋਊਗੀ, ਕਸਟਮਰ ਕਿਵੇਂ ਦੇ ਹੋਣਗੇ। ਆਪਰੇਸ਼ਨ ਮੀਨਸ ਅਸੀਂ ਕਿਸ ਤਰ੍ਹਾਂ ਪ੍ਰੋਡਕਟ ਜਨਰੇਟ ਕਰਾਂਗੇ। ਆਰਗੇਨਾਈਜੇਸ਼ਨ ਹੋ ਗਿਆ ਮੀਨਸ ਸਾਡੀ ਕੰਪਨੀ ਦੇ ਵਿੱਚ ਕੰਮ ਨੂੰ ਕਿੱਦਾਂ ਕੰਟਰੋਲ ਕਰਿਆ ਜਾਊਗਾ, ਮੀਨਸ ਅਸੀਂ ਕਿਵੇਂ ਰਿਪੋਰਟਿੰਗ ਸਿਸਟਮ ਵਗੈਰਾ ਕਰਾਂਗੇ। ਫਾਈਨੈਂਸ਼ੀਅਲ ਪਲਾਨ ਮੀਨਸ ਆਪਣੇ ਪੈਸੇ ਨੂੰ ਅਸੀਂ ਕਿਸ ਤਰ੍ਹਾਂ ਮੇਨਟੇਨ ਕਰਾਂਗੇ। ਫਿਰ ਸਾਡੇ ਰਿਪੋਰਟ ਦੇ ਵਿੱਚ ਕ੍ਰਿਟੀਕਲ ਰਿਸਕ ਵੀ ਲਿਖੇ ਹੋਣੇ ਚਾਹੀਦੇ ਨੇ। ਮੀਨਸ ਸਾਡੇ ਬਿਜ਼ਨਸ ਵਿੱਚ ਕਿਸ ਪ੍ਰਕਾਰ ਦੇ ਰਿਸਕ ਹੈਗੇ ਨੇ, ਕਿਉਂਕਿ ਬਹੁਤ ਸਾਰੇ ਰਿਸਕ ਕੈਲਕੂਲੇਟਡ ਹੀ ਹੁੰਦੇ ਨੇ। ਤੁਹਾਨੂੰ ਪਤਾ ਵੀ ਇਹ ਰਿਸਕ ਹੋ ਸਕਦੇ ਨੇ, ਉਹ ਸਾਨੂੰ ਪਹਿਲਾਂ ਤੋਂ ਦੱਸਣਾ ਹੋਊਗਾ। ਫਿਰ ਉਸ ਤੋਂ ਬਾਅਦ ਸਾਡੀ ਐਗਜ਼ਿਟ ਸਟ੍ਰੈਟਜੀ। ਅਗਰ ਬਿਜ਼ਨਸ ਕਿਤੇ ਲੋੜ ਪਈ ਤਾਂ ਅਸੀਂ ਕਿਸ ਸਟ੍ਰੈਟਜੀ ਨਾਲ ਹੋਰ ਕੰਮ ਕਰ ਸਕਦੇ ਹਾਂ। ਮੀਨਸ ਸਾਡੇ ਕੋਲ ਅਲਟਰਨੇਟਿਵਸ ਕੀ ਹੋਣਗੇ ਪਲੱਸ ਅਪੈਂਡਿੰਗਸ। ਲਾਸਟ ਅਸੀਂ ਲਿਖਾਂਗੇ ਵੀ ਸਾਡੇ ਕੋਲ ਕਿਹੜੇ ਸਰਟੀਫਿਕੇਟਸ ਹੋਣੇ ਚਾਹੀਦੇ ਨੇ, ਜਿਵੇਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਹੋਣਾ ਚਾਹੀਦਾ ਹੈ, ਬਿਜ਼ਨਸ ਸਟਾਰਟ ਕਰਨ ਦਾ ਹੋਣਾ ਚਾਹੀਦਾ ਹੈ, ਓਨਰਸ਼ਿਪ ਐਗਰੀਮੈਂਟਸ ਹੋਣੇ ਚਾਹੀਦੇ ਨੇ, ਜਿਵੇਂ ਫਿਰ ਡੀਡ ਵਗੈਰਾ ਹੋ ਗਈਆਂ। ਇਹ ਚੀਜ਼ਾਂ ਵੀ ਸਾਡੇ ਕੋਲ ਕੰਪਲੀਟ ਨਾਲ ਹੋਣੀ ਚਾਹੀਦੀਆਂ। ਇਸ ਤਰ੍ਹਾਂ ਦਾ ਕਿਸੇ ਵੀ ਤੁਹਾਡੀ ਕੰਪਨੀ ਦਾ ਪ੍ਰੋਜੈਕਟ ਜੋ ਹੈ ਰੈਡੀ ਹੋ ਕੇ ਤੁਹਾਡੇ ਸਾਹਮਣੇ ਆ ਸਕਦਾ ਹੈ।